ਲੈ ਗਏ ਲਾਹਾ ਲੈ ਗਏ ਲਾਹਾ ਲੈ ਗਏ ਲਾਹਾ ਲੈ ਗਏ ਲਾਹਾ ਲੈ ਗਏ। ਗੁਰੂ ਜੀ ਦੀ ਸਾਜੀ ਰਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਆਪਾਂ ਸਾਰਾ ਹੀ ਪਰਿਵਾਰ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸਰਵਣ ਕਰ ਰਹੇ ਸੀ ਗੁਰਮੁਖਾਂ ਪਾਸੋਂ, ਜੋ ਸਤਿਗੁਰੂ ਗੁਰਬਾਣੀ ਦੇ ਅੰਦਰ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਾਡੇ ਮਨ ਨੂੰ ਸੰਸਾਰ ਤੇ ਭੇਜਿਆ ਜਾਂਦਾ ਹੈ, ਇਸ ਮਾਇਆ ਦੇ ਘਰ ਵਿੱਚ ਖੇਲ ਖੇਡਣ ਵਾਸਤੇ, ਤੇ ਮਾਲਕ ਸਾਨੂੰ ਇਸ ਸੰਸਾਰ ਤੇ ਜਦੋਂ ਖੇਲ ਖੇਡਣ ਵਾਸਤੇ ਭੇਜਦਾ, ਸਾਨੂੰ ਸਵਾਸਾਂ ਦਾ ਧਨ ਬਖਸ਼ਿਸ਼ ਕਰਦਾ ਹੈ, ਜਿਸ ਦੇ ਨਾਲ ਆਪਾਂ ਸੰਸਾਰ ਦੇ ਵਿੱਚ ਨਾਮ ਦਾ ਵਪਾਰ ਕਰਨਾ ਸੀ, ਸ਼ਬਦ ਦੀ ਕਮਾਈ ਕਰਨੀ ਹੁੰਦੀ ਹੈ, ਸ਼ਬਦ ਦਾ ਅਭਿਆਸ ਕਰਕੇ ਸੱਚ ਦੀ ਸਿਫਤ ਸਲਾਹ, ਨਿਰੰਕਾਰ ਦੀ ਸਿਫਤ ਸਲਾਹ ਕਰਨੀ ਹੁੰਦੀ ਹੈ, ਤਾਂ ਜੋ ਸੰਸਾਰ ਦੇ ਆਪਾਂ ਜੋ ਖੇਲ ਖੇਡਣ ਵਾਸਤੇ ਆਏ ਹਾਂ, ਸਾਡਾ ਜੀਵਨ ਜਿਹੜਾ ਹੈ ਸਫਲ ਹੋ ਜਾਏ। ਪਰ ਕੀ ਹੁੰਦਾ, ਗੁਰਮੁਖੋ ਆਪਣਾ ਮਨ ਇੱਥੇ ਸੰਸਾਰ ਵਿੱਚ ਆਉਂਦਾ ਤੇ ਭੁੱਲ ਜਾਂਦਾ, ਕਿਉਂਕਿ ਮਾਲਕ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਸਾਨੂੰ ਜਦੋਂ ਸੰਸਾਰ ਉੱਪਰ ਖੇਲ ਖੇਡਣ ਵਾਸਤੇ ਭੇਜਦਾ, ਉਹ ਸਾਨੂੰ ਭਵਾਰੀ ਦੇ ਕੇ ਸੰਸਾਰ ਤੇ ਛੱਡਦਾ। ਜਿਉਂ ਹੀ ਸਾਨੂੰ ਭਵਾਰੀ ਦਿੱਤੀ ਜਾਂਦੀ ਹੈ ਤੇ ਸਾਡੇ 9 ਦਰਵਾਜ਼ੇ ਜਿਹੜੇ ਇੱਥੇ ਖੁੱਲ ਜਾਂਦੇ ਹਨ, ਮਾਇਆ ਦੇ ਘਰ ਵਿੱਚ ਆਪਾਂ ਖੇਲ ਖੇਲਣਾ ਸ਼ੁਰੂ ਕਰ ਦਿੰਦੇ ਹਾਂ। ਆਪ ਉਹ ਗੁਪਤ ਸਾਡੇ ਅੰਦਰ ਬੈਠ ਜਾਂਦਾ। ਹੁਣ ਇਸ ਅਵਸਥਾ ਵਿੱਚ ਮਨ ਜਦੋਂ ਸਾਡਾ ਚੱਲਦਾ ਹੈ ਤੇ ਤ੍ਰੈ ਗੁਣਾਂ ਵਿੱਚ ਵਿਚਰਦਿਆਂ ਇਹ ਆਪਣੇ ਆਪ ਦੀ ਖੋਜ ਨਹੀਂ ਕਰਦਾ, ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਮੂੰਹ ਦੀ ਪਛਾਣ ਨਹੀਂ ਕਰਦਾ, ਤੇ ਇਸੇ ਤਰ੍ਹਾਂ ਸੰਸਾਰ ਵਿੱਚ ਚਲਦਿਆਂ ਫਿਰਦਿਆਂ ਹੀ ਆਪਣਾ ਜੀਵਨ ਬਿਤਾ ਕੇ ਚਲਾ ਜਾਂਦਾ ਹੈ। ਆਪ ਦੇ ਮਾਤਾ ਪਿਤਾ ਨਾਲ, ਸੱਚ ਨਾਲ ਨਿਰੰਕਾਰ ਮਿਲਾਪ ਨਾ ਕਰਨ ਕਰਕੇ ਇਹਨੂੰ ਫਿਰ ਦੁਬਾਰਾ ਗਰਭ ਜੂਨ ਵਿੱਚ ਆਉਣਾ ਪੈਂਦਾ। ਗੁਰਮੁਖਾਂ ਪਾਸੋਂ ਆਪਾਂ ਅੰਮ੍ਰਿਤਮਈ ਜੋ ਕੀਰਤਨ ਸਰਵਣ, ਗੁਰਬਾਣੀ ਸਰਵਣ ਕਰ ਰਹੇ ਸੀ, ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾ ਰਹੇ ਸਨ ਕਿ ਮਨਮੁਖ ਕਰਜ਼ ਚੜ੍ਹਿਆ ਬਿਖ ਭਾਰੀ। ਮਨਮੁਖ ਜੀ ਜਿਹੜਾ ਹੈ, ਜਿਸ ਨੇ ਸੰਸਾਰ ਦੇ ਉੱਪਰ ਨਿਰੰਕਾਰ ਦੀ ਸਿਫਤ ਸਲਾਹ, ਉਹ ਮੂਲ ਨਾਲ ਮਿਲਾਪ ਨਹੀਂ ਜਿਹੜਾ ਕਰਦਾ, ਇਹ ਜਦੋਂ ਇੱਥੋਂ ਸੰਸਾਰ ਤੋਂ ਚਲਾ ਜਾਂਦਾ, ਜਿਹੜਾ ਇਹ ਧਨ ਲੈ ਕੇ ਆਇਆ ਹੁੰਦਾ ਹੈ, ਇਸ ਨੂੰ ਵਾਪਸ ਨਹੀਂ ਮੋੜਦਾ, ਆਪਦੇ ਘਰ ਵਿੱਚ ਜਮ੍ਹਾਂ ਨਹੀਂ ਕਰਾਉਂਦਾ, ਇਹਦੇ ਉੱਪਰ ਇਹ ਕਰਜ਼ਾ ਚੜ ਜਾਂਦਾ। ਜਦੋਂ ਗੁਰਮੁਖੋ ਆਪਾਂ ਸੰਗਤ ਵਿੱਚ ਆ ਕੇ ਸ਼ਬਦ ਦਾ ਅਭਿਆਸ ਕਰਦੇ ਆ, ਸੰਗਤ ਵਿੱਚ ਆ ਕੇ ਮਾਲਕ ਦੇ ਗੁਣ ਗਾਉਂਦੇ ਆ, ਸਿਫਤ ਸਲਾਹ ਸਰਵਣ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸਰਵਣ ਕਰਦੇ ਆ, ਇਹ ਖੇਪ ਰੂਪ ਦੇ ਵਿੱਚ ਆਪਾਂ ਇਹ ਸਾਰਾ ਧਨ ਉਹਦੇ ਘਰ ਵਿੱਚ ਵਾਪਸ ਜਮ੍ਹਾਂ ਕਰਾਉਂਦੇ ਆ, ਜਿਹੜਾ ਆਪਾਂ ਕਰਜ਼ਾ ਲੈ ਕੇ ਆਉਂਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਉਂਦੇ ਹਨ, ਇਹੀ ਇੱਕ ਤਰੀਕਾ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਇਸ ਸੰਸਾਰ ਵਿੱਚ ਆ ਕੇ, ਤ੍ਰੈ ਗੁਣਾਂ ਵਿੱਚ ਆ ਕੇ, ਨਾਮ ਦਾ ਵਪਾਰ ਕਰਕੇ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਜੀਵਨ ਦਾ ਲਾਹਾ ਲੈ ਸਕਦੇ ਹਾਂ। ਮਹਾਰਾਜ ਸੱਚ ਨੂੰ ਹੁਕਮ ਕਰਦੇ ਹਨ, ਵੱਖਰ ਨਾਮ ਲਦ ਖੇਬ ਚਲਾਵੋ, ਲੈ ਲਾਹਾ ਗੁਰਮੁਖ ਕਰ ਆਵੋ। ਇਹ ਲਾਹਾ ਲੈਣ ਦਾ ਜਿਹੜਾ ਸਾਨੂੰ ਗੁਰਬਾਣੀ ਵਿੱਚ ਗਿਆਨ ਬਖਸ਼ਿਸ਼ ਕੀਤਾ ਹੈ, ਇਹ ਆਪਾਂ ਸਾਰੇ ਲਾਹਾ ਲੈਂਦੇ ਹਾਂ ਸੰਗਤ ਵਿੱਚ ਬੈਠ ਕੇ।
ਸੰਗਤ ਰੂਪ ਦੇ ਵਿੱਚ ਵਿਚਰਦਿਆਂ ਹੋਇਆ ਸਾਡਾ ਮਨ ਜਿਹੜਾ ਜਦੋਂ ਗੁਣ ਗਾਉਂਦਾ ਹੈ, ਸਾਡੇ ਮਨ ਨੂੰ ਸਿਹਤ ਮਿਲਦੀ ਹੈ, ਸਾਡੇ ਮਨ ਨੂੰ ਸੋਝੀ ਮਿਲਦੀ ਹੈ। ਜੋ ਆਪਾਂ ਸਰਵਣ ਕਰ ਰਹੇ ਸੀ, ਜੰਗਤ ਵਿੱਚ ਆ ਕੇ ਮਨ ਨੂੰ ਦ੍ਰਿੜਤਾ ਆਣੀ ਸ਼ੁਰੂ ਹੋ ਜਾਂਦੀ ਹੈ। ਇਹ ਆਪਣੇ ਮੂਲ ਦੀ ਪਛਾਣ ਕਰਨੀ ਸ਼ੁਰੂ ਕਰ ਦਿੰਦਾ। ਨਹੀਂ ਤਾਂ ਸੰਗਤ ਤੋਂ ਬਗੈਰ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਜੀਵਨ ਕਿਹੋ ਜਿਹਾ ਬੰਦਾ ਇਹਦਾ ਹੁੰਦਾ, ਕਿਵੇਂ ਉਹ ਵਿਚਰਦਾ ਸੰਸਾਰ ਤੇ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਬਿਨ ਸੰਗਤੀ ਸਭ ਐਸੇ ਰਹਿ, ਜੈਸੇ ਪਛੇ ਢੋਰ ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਵੇਂ ਸਭ ਚੋਰ। ਇਸ ਜੀਵ ਦਾ ਇਹ ਮਨ ਜਿਹੜਾ ਹੈ ਸੰਸਾਰ ਤੇ ਆ ਕੇ ਭੁੱਲਦਾ ਹੈ, ਸੰਗਤ ਤੋਂ ਹੀਣਾ ਹੋ ਜਾਂਦਾ ਹੈ, ਨਾਮ ਤੋਂ ਹੀਣਾ ਹੋ ਜਾਂਦਾ ਹੈ, ਭਗਤੀ ਦੇ ਰਸਤਾ ਜੇ ਨਹੀਂ ਚੱਲਦਾ ਹੈਗਾ। ਇਹਦਾ ਜੀਵਨ ਪ੍ਰੇਤਾਂ ਵਾਲਾ ਹੈ, ਪਸ਼ੂਆਂ ਨਾਲੋਂ ਭੈੜਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਇਹ ਤੇ ਨਿਸ਼ਾਨੀ ਬਹੁਤ ਵੱਡੀ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਜਦੋਂ ਮਨ ਸੰਗਤ ਵਿੱਚ ਆ ਕੇ ਬਹਿੰਦਾ ਹੈ, ਇਹ ਭਾਗ ਚੰਗੇ ਨੇ ਜਦੋਂ ਸੰਗਤ ਸਾਨੂੰ ਮਿਲਦੀ ਹੈ। ਸੰਗਤ ਤੋਂ ਬਗੈਰ ਜਿਹੜਾ ਸਾਡਾ ਮਨ ਹੈ ਦਰ ਦਰ ਤੇ ਚੋਟਾਂ ਖਾਂਦਾ ਹੈ, ਆਣ ਜਾਣ ਦੇ ਗੇੜ ਵਿੱਚ ਲੱਗਾ ਰਹਿੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਵਡ ਭਾਗੀ ਹਰ ਸੰਗਤ ਪਾਵੈ, ਮਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਤੋਂ ਬਗੈਰ ਸਾਡਾ ਮਨ ਜਿਹੜਾ ਹੈ ਤ੍ਰੈ ਗੁਣਾਂ ਦੇ ਵਿੱਚ ਵਿਚਰਦਿਆਂ ਹੋਇਆ ਮੈਲਾ ਹੋ ਜਾਂਦਾ ਹੈ। ਤੇ ਮਨ ਮੈਲਾ ਹੋਣ ਕਰਕੇ ਫਿਰ ਇਹਦਾ ਆਪਦੇ ਘਰ ਵਿੱਚ ਵਾਸਾ ਨਹੀਂ ਆਉਂਦਾ, ਕਿਉਂਕਿ ਜਿੱਥੋਂ ਸਾਡਾ ਜਨਮ ਹੋਇਆ, ਜਿਹੜਾ ਸਾਡਾ ਘਰ ਆ, ਉੱਥੇ ਰਿਹਾ। ਤੇ ਇਹ ਜਿਹੜਾ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਡੇ ਮਨ ਨੂੰ ਠਹਿਰਾਓ ਮਿਲਦਾ, ਸਾਡਾ ਮਨ ਥਿਰ ਹੋਣਾ ਸ਼ੁਰੂ ਹੋ ਜਾਂਦਾ। ਆਏ ਮਹਾਰਾਜ ਗੁਰਬਾਣੀ ਵਿੱਚ ਆਪਣੇ ਮਨ ਨੂੰ ਸਮਝਾਉਂਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀਓ। ਸਾਡੇ ਮਨ ਨੂੰ ਹੁਕਮ ਕਰ ਦਿੱਤਾ, ਕਹਿੰਦੇ ਕਿ ਤੁਸੀਂ ਥਿਰ ਰਹਿਣਾ, ਤੁਸੀਂ ਅਪਰ ਅਵਸਥਾ ਵਿੱਚ ਵਿਚਰਨਾ ਹੈ। ਜਿਹੜਾ ਤੁਹਾਡਾ ਘਰ ਹੈ ਸੁਣ, ਜਿੱਥੇ ਤੁਹਾਡਾ ਮਾਤਾ ਪਿਤਾ ਤੁਹਾਨੂੰ ਆਵਾਜ਼ ਦੇ ਰਿਹਾ ਥਿਰ ਘਰ ਦੇ ਵਿੱਚੋਂ, ਜਿੱਥੇ ਸਾਨੂੰ ਹੁਕਮ ਕੀਤਾ ਜਾਂਦਾ ਕਿ ਬੈਠੋ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ ਦੇ ਵਿੱਚ ਸਾਡੇ ਮਨ ਨੇ ਆਸਣ ਲਾਣਾ ਹੁੰਦਾ ਹੈ। ਉਹ ਦਰ ਆ, ਉਹ ਘਰ ਆ ਸਾਡੇ ਮਨ ਦਾ, ਮਾਲਕ ਦਾ ਦਰ ਹੈ। ਜਦੋਂ ਆਪਾਂ ਸ਼ਬਦ ਦੀ ਕਮਾਈ ਕਰਦੇ ਆ, ਮਾਲਕ ਦੇ ਗੁਣ ਗਾਉਂਦੇ ਆ, ਸਾਡਾ ਮਨ ਹੌਲੀ ਹੌਲੀ ਇਹਨਾਂ ਵਿਚਾਰਾਂ ਨੂੰ ਛੱਡਣਾ ਸ਼ੁਰੂ ਕਰ ਦਿੰਦਾ। ਇਹ ਫਿਰ ਆਸਣ ਲਾ ਲੈਂਦਾ ਜਿੱਥੇ ਇਹ ਮਨ ਉੱਡਦਾ ਨਹੀਂ, ਉਡਾਰੀ ਨਹੀਂ ਮਾਰਦਾ, ਤ੍ਰੈ ਗੁਣਾਂ ਦੇ ਵਿੱਚ ਨਹੀਂ ਜਾਂਦਾ, ਵਿਚਾਰਾਂ 'ਚ ਨਹੀਂ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਜੋ ਆਪਾਂ ਗੁਰਮੁਖਾਂ ਪਾਸੋਂ ਕਈ ਵਾਰ ਸਰਵਣ ਕਰਦੇ ਹਾਂ ਕਿ ਜਿਹੜਾ ਮਨ ਸਾਡਾ ਸੁਣਨ ਵਿੱਚ ਜਦੋਂ ਆਸਣ ਲਾ ਲੈਂਦਾ ਹੈ, ਫਿਰ ਉੱਥੋਂ ਇਹ ਉੱਡਦਾ ਨਹੀਂ, ਉਡਾਰੀ ਨਹੀਂ ਮਾਰਦਾ, ਪਾਉਣ ਵਿੱਚ ਨਹੀਂ ਮਿਲਦਾ, ਆਪਦੇ ਘਰ ਬੈਠਾ ਰਹਿੰਦਾ। ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ, ਸਤਿਗੁਰ ਤੇ ਪਾਏ ਵਿਚਾਰਾ, ਸੁਣ ਸਮਾਦ ਸੱਚੇ ਘਰ ਬਾਰਾ। ਜਿਹੜਾ ਉਹ ਸਾਡਾ ਘਰ ਹੈ, ਸੁਣ ਹੈ, ਜਿੱਥੇ ਸਾਡੇ ਮਾਤਾ ਪਿਤਾ ਨੇ ਸਾਡੇ ਵਾਸਤੇ ਮਹਿਲ ਬਣਾ ਕੇ ਰੱਖਿਆ ਹੈ, ਉਸ ਵਿੱਚ ਜਾ ਕੇ ਆਪਾਂ ਵਾਸਾ ਕਰਨਾ ਹੁੰਦਾ ਹੈ। ਤੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ, ਉੱਥੇ ਤਾਂ ਹੀ ਜਾਇਆ ਜਾਏਗਾ ਜਦੋਂ ਆਪਾਂ ਵਿਚਾਰਾਂ ਨੂੰ ਛੱਡਦੇ ਹਾਂ। ਉਸ ਜਗ੍ਹਾ ਤੇ ਜਦੋਂ ਥਿਰ ਘਰ ਦੇ ਵਿੱਚ ਸੁਣਨ ਵਿੱਚ ਸਾਡੇ ਮਨ ਦਾ ਆਸਣ ਲੱਗ ਜਾਂਦਾ, ਵਿਚਾਰ ਆਣੇ ਬੰਦ ਹੋ ਜਾਂਦੇ ਨੇ, ਮਨ ਉੱਡਦਾ ਨਹੀਂ, ਫਿਰ ਪਹੁੰਚ ਨਹੀਂ ਮਿਲਦਾ। ਮਹਾਰਾਜ ਗੁਰਬਾਣੀ 'ਚ ਸਮਝਾਉਂਦੇ, ਨਾ ਮਨ ਚੱਲੇ ਨਾ ਪਾਉਣ ਅਡਾਵੈ, ਜੋਗੀ ਸ਼ਬਦ ਨਾਹਦ ਬਾਤ। ਇਹ ਮਨ ਜਿਹੜਾ ਸਾਡਾ ਉਦੋਂ ਹੀ ਵਿਚਾਰਾਂ 'ਚ ਆਉਂਦਾ ਜਦੋਂ ਇਹ ਪਾਉਣ ਦੀ ਸਵਾਰੀ ਕਰਦਾ ਹੈ। ਤੇ ਪਾਉਣ ਦੀ ਸਵਾਰੀ ਕਰਦਿਆਂ ਕਰਦਾ ਇਹ ਉਡਾਰੀਆਂ ਇਸ ਤਰ੍ਹਾਂ ਮਾਰਦਾ ਹੈ, ਇਹ ਫਿਰ ਆਪਦੇ ਘਰ ਬਹਿੰਦਾ ਨਹੀਂ।
ਤਾਂ ਮਹਾਰਾਜ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਹਨ, ਕਬਹੁ ਜੀਹਰਾ ਊਬ ਚੜ੍ਹਦਾ ਹੈ, ਕਬਹੁ ਜਾਏ ਪਿਆਲੇ, ਲੋਭੀ ਜੀਰਾ ਥਿਰ ਨ ਰਹੈ, ਚਾਰੇ ਕੁੰਟਾ ਭਾਲੈ। ਇਹ ਜਿਹੜਾ ਮਨ ਸਾਡਾ ਇੱਥੇ ਮਾਇਆ ਦੇ ਵਿੱਚ ਲੋਭੀ ਹੋ ਜਾਂਦਾ ਹੈ, ਲਾਲਚੀ ਹੋ ਜਾਂਦਾ ਹੈ, ਦੂਤਾਂ ਦੇ ਨਾਲ ਪ੍ਰੀਤ ਪਾ ਲੈਂਦਾ ਹੈ, ਇਹਨਾਂ ਨੂੰ ਮਿੱਤਰ ਬਣਾ ਲੈਂਦਾ ਹੈ, ਇਹਨਾਂ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਇਸ ਅਵਸਥਾ ਵਿੱਚ ਜਦੋਂ ਆਪਾਂ ਇਹਨਾਂ ਨੂੰ ਸਮਝਦੇ ਹਾਂ, ਇਹਨਾਂ ਨੂੰ ਆਪਣਾ ਬਣਾ ਲੈਂਦੇ ਹਾਂ, ਪੰਜਾਂ ਦੂਤਾਂ ਨਾਲ ਮਿੱਤਰਤਾ ਪਾ ਲੈਂਦੇ ਹਾਂ, ਇਹ ਸਾਨੂੰ ਫਿਰ ਇੱਥੇ ਸੰਸਾਰ ਦੇ ਉੱਪਰ ਲੋਭੀ ਬਣਾ ਦਿੰਦੇ ਨੇ, ਹੰਕਾਰੀ ਬਣਾ ਦਿੰਦੇ ਨੇ, ਆਪ ਦੇ ਮੋਹ ਦੇ ਵਿੱਚ ਸਾਡੇ ਮਨ ਨੂੰ ਫਸਾ ਲੈਂਦੇ ਨੇ। ਜਿੱਥੋਂ ਇਹ ਕਿੱਥੇ ਸਾਡਾ ਮਨ ਫਿਰ ਆਉਂਦਾ, ਇੱਥੇ ਭਰਮ ਦੀ ਕੂਈ ਦੇ ਵਿੱਚ ਖੇਲ ਖੇਡਣ ਵਾਸਤੇ ਆਉਂਦਾ ਹੈ। ਇਸ ਮਾਇਆ ਦੀ ਜਿਹੜਾ ਅੰਧਕੂਪ ਹੈ, ਇਹ ਭਰਮ ਦੀ ਕੂਈ ਹੈ। ਇਥੋਂ ਨਿਕਲਣ ਵਾਸਤੇ ਇੱਕ ਤਰੀਕਾ ਹੈ, ਉਹ ਹੈ ਸੰਗਤ ਵਿੱਚ ਆ ਕੇ ਜਦੋਂ ਸਾਡਾ ਮਨ ਸਤਿਗੁਰ ਦੀ ਬਾਣੀ ਦਾ ਗਿਆਨ ਦ੍ਰਿੜ ਕਰਦਾ ਹੈ। ਬਾਣੀ ਪੜ੍ਹਨ ਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ, ਬਾਣੀ ਸੁਣਨ ਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ, ਇਹਨੂੰ ਸੁੱਖ ਆਉਣਾ ਸ਼ੁਰੂ ਹੋ ਜਾਂਦਾ ਹੈ, ਇਹਨੂੰ ਪਿਛੋਕੜ ਚੇਤਾ ਕਰਾਇਆ ਜਾਂਦਾ ਹੈ। ਜਦੋਂ ਗੁਰਬਾਣੀ ਆਪਾਂ ਸੁਣਦੇ ਪੜ੍ਹਦੇ ਹਾਂ, ਇਹਨੂੰ ਸਮਝਾਇਆ ਜਾਂਦਾ ਤੂੰ ਕੌਣ ਹੈ, ਕਿੱਥੋਂ ਆਇਆ, ਕਿੱਥੇ ਵਾਪਸ ਜਾਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ, ਸੁਣ ਰੇ ਤੂੰ ਕੌਣ, ਕਹਾਂ ਤੇ ਆਇਓ, ਏਤੀ ਨਾ ਜਾਣੀ ਕੀਤੀ ਕ ਮੁੱਦਤ, ਚਲਤੇ ਖਬਰ ਨਾ ਪਾਇਓ। ਕਈ ਮੁੱਦਤਾਂ ਕਹਿੰਦੇ ਤੈਨੂੰ ਸੰਸਾਰ ਦੇ ਉੱਪਰ ਖੇਲ ਖੇਡਣ ਲਈ ਤੂੰ ਆ ਰਿਹਾ, ਬਹੁਤ ਸਮਾਂ ਤੂੰ ਬਿਤਾ ਲਿਆ ਹੈ, ਤੂੰ ਹੁਣ ਆਪਣੇ ਘਰ ਜਾ, ਆਪਦੇ ਮੂਲ ਦੀ ਪਛਾਣ ਕਰ, ਸੱਚ ਦੀ ਪਛਾਣ ਕਰ, ਉਸ ਮਾਲਕ ਦੀ ਪਛਾਣ ਕਰ ਜਿਹਨੇ ਜਨਮ ਕਰਾ ਕੇ ਤੈਨੂੰ ਸੰਸਾਰ ਤੇ ਖੇਲ ਖੇਡਣ ਵਾਸਤੇ ਭੇਜਿਆ। ਹੁਣ ਕੀ ਹੁੰਦਾ ਕਿ ਗੁਰਮੁਖੋ ਇਹ ਤ੍ਰੈ ਗੁਣਾਂ ਦਾ ਖੇਲ ਇਸ ਤਰੀਕੇ ਨਾਲ ਚੱਲਦਾ ਹੈ, ਇਹ ਮਾਇਆ ਇਸ ਤਰੀਕੇ ਦਾ ਖੇਲ ਚੱਲਦਾ ਹੈ। ਦ੍ਰਿਸ਼ਟਮਾਨ ਦੇ ਵਿੱਚ ਸਾਨੂੰ ਸਾਰਾ ਕੁਝ ਦਿਸਦਾ, ਇੱਕ ਤੇ ਮਾਇਆ ਇਹ ਹੈ ਜਿਹੜੀ ਇੱਕ ਮਾਇਆ ਸਾਡੇ ਮਨ ਨੂੰ ਚਿੰਬੜ ਕੇ ਬੈਠੀ ਹੋਈ ਹੈ। ਸਾਡਾ ਮਨ ਇੱਥੋਂ ਨਿਕਲ ਨਹੀਂ ਰਿਹਾ, ਉਹ ਮਾਇਆ ਨਾ ਸੁਣਦੀ ਹੈ, ਨਾ ਦਿਸਦੀ ਹੈ, ਨਾ ਵੇਖੀ ਜਾਂਦੀ ਹੈ, ਉਹ ਵਿਚਾਰ ਨੇ ਸਾਡੇ ਸੂਖਮ। ਇਹ ਐਸੀ ਮਾਇਆ ਜਿਹੜੀ ਸਾਡੇ ਮਨ ਨੂੰ ਮਿੱਠੀ ਲੱਗਦੀ ਹੈ, ਸਾਨੂੰ ਸਾਰਾ ਕੁਝ ਭੁਲਾ ਦਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਹਨ, ਨਹਿ ਸੁਣੀਏ ਨਹਿ ਮੁਖ ਤੇ ਬਕੀਏ, ਨਹਿ ਉਹ ਮੋਹੇ ਡੀਠੀ, ਐਸੀ ਠਗੋਰੀ ਭਾਏ ਭੁਲਾਵੇ, ਮਨ ਸਭ ਕਹਿ ਲੱਗੈ ਮੀਠੀ। ਮਾਇਆ ਸਾਡੇ ਮਨ ਨੂੰ ਮਿੱਠੀ ਲੱਗਦੀ ਹੈ। ਇਹ ਸੰਸਾਰ ਦੀਆਂ ਭਾਸ਼ਾਵਾਂ, ਸੰਸਾਰ ਦੇ ਵਿਕਾਰ, ਇਹ ਸਾਡੇ ਮਨ ਨੂੰ ਚੰਗੇ ਲੱਗਦੇ ਨੇ। ਇਸੇ ਕਾਰਨ ਕਰਕੇ ਸਾਡਾ ਮਨ ਇਹਨਾਂ ਦੇ ਵਿੱਚ ਮਿੱਤਰਤਾ ਪਾ ਕੇ ਪੰਜਾਂ ਦੂਤਾਂ ਦੇ ਨਾਲ ਇਹਨਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਤੇ ਮਹਾਰਾਜ ਗੁਰਬਾਣੀ 'ਚ ਫਿਰ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਤੁਸੀਂ ਜੇ ਇੱਥੋਂ ਨਿਕਲਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਨਿਤ ਸੰਗਤ ਕਰਨੀ ਪਏਗੀ। ਐਸੇ ਗੁਰਮੁਖਾਂ ਦਾ ਸੰਯੋਗ, ਐਸੇ ਗੁਰਸਿੱਖਾਂ ਦਾ ਤੁਹਾਨੂੰ ਸੰਗ ਕਰਨਾ ਪਏਗਾ, ਜਿਨ੍ਹਾਂ ਦਾ ਸੰਗ ਕਰਨ ਦੇ ਨਾਲ ਤੁਹਾਡੇ ਮਨ ਨੂੰ ਦ੍ਰਿੜਤਾ ਆਉਂਦੀ ਰਹੇ। ਤੇ ਗੁਰਮੁਖ ਫਿਰ ਸਾਨੂੰ ਫਿਰ ਸਤਿਗੁਰ ਦੀ ਬਾਣੀ ਸਰਵਣ ਕਰਾਉਂਦੇ ਨੇ, ਸਤਿਗੁਰ ਦਾ ਉਪਦੇਸ਼ ਸਰਵਣ ਕਰਾਉਂਦੇ ਨੇ ਕਿ ਜੀਵਨ ਦਾ ਲਾਹਾ ਲੈਣ ਵਾਸਤੇ ਆਪਾਂ ਇੱਥੇ ਸੰਸਾਰ ਤੇ ਆਏ ਆ। ਤੇ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ, ਸਾਡੇ ਮਨ ਨੂੰ ਕਹਿੰਦੇ, ਮਨ ਰੇ ਗਹਿਓ ਨਾ ਗੁਰੂ ਉਪਦੇਸ਼, ਕਹਾਂ ਭਇਓ ਜੋ ਮੂੰਡ ਮੰਡਾਇਓ, ਭਗਵੋ ਕੀਨੋ ਵੇਸ। ਕਿ ਜਿਹੜਾ ਮਨ ਸਾਡਾ ਇੱਥੇ ਭਰਮ ਦੇ ਵਿੱਚ ਚਲਾ ਜਾਂਦਾ ਹੈ ਨਾ, ਇੱਥੇ ਆ ਤੇ ਗਿਆ ਸੰਸਾਰ ਦੇ ਉੱਪਰ ਖੇਲ ਖੇਡਣ ਵਾਸਤੇ, ਭਰਮ ਵਿੱਚ ਚਲਿਆ ਗਿਆ ਤੇ ਇਹ ਤਨ ਨੂੰ ਸਵਾਰਦਾ ਰਹਿੰਦਾ, ਵੱਖਰੇ ਵੱਖਰੇ ਭੇਖ ਬਣਾਉਂਦਾ, ਵੱਖਰਾ ਵੱਖਰਾ ਇਹ ਲਿਬਾਸ ਪਹਿਨ ਲੈਂਦਾ ਆ ਕਿ ਜਿਹੜਾ ਅਸਲ ਗੁਰੂ ਦਾ ਉਪਦੇਸ਼ ਹੈ ਉਹਨੂੰ ਸਰਵਣ ਨਹੀਂ ਕੀਤਾ, ਉਹਨੂੰ ਸਮਝਿਆ ਹੀ ਨਹੀਂ, ਉਹ ਜਾ ਕੇ ਸੁਣਿਆ ਹੀ ਨਾ। ਇਸ ਕਾਰਨ ਕਰਕੇ ਗੁਰਮੁਖੋ ਫਿਰ ਸਾਡੇ ਮਨ ਨੂੰ ਭੁਲੇਖਾ ਲੱਗ ਜਾਂਦਾ ਕਿ ਜੋ ਸੰਸਾਰ ਤੇ ਚੱਲ ਰਿਹਾ ਹੈ ਇਹੀ ਸਭ ਕੁਝ ਸੱਚ ਆ, ਇਹੀ ਸਭ ਕੁਝ ਸੱਚ ਆ, ਬਾਕੀ ਸਭ ਕਹਿੰਦੇ ਝੂਠ ਜੇ। ਅਗਿਆਨਤਾ ਵਸ ਜੀਵ ਜਿਹੜੇ ਇਸ ਅਵਸਥਾ ਵਿੱਚ ਚਲੇ ਜਾਂਦੇ ਨੇ, ਉਹਨਾਂ ਕੋਲ ਨਾਮ ਦੀ ਗੱਲ ਕਰ ਲਓ, ਸੱਚ ਦੀ ਗੱਲ ਕਰ ਲਓ, ਅੰਮ੍ਰਿਤ ਦੀ ਗੱਲ ਕਰ ਲਓ, ਨਿਜ ਮਹਿਲ ਨਿਜ ਘਰ ਦੀ ਗੱਲ ਕਰ ਲਓ, ਉਹ ਇਸ ਚੀਜ਼ ਨੂੰ ਝੂਠ ਮੰਨਦੇ ਨੇ।
ਗਿਆਨ ਤ੍ਰੈ ਗੁਣਾਂ ਦਾ ਸੰਸਾਰ ਦਾ ਇਕੱਠਾ ਕਰ ਲਿਆ, ਪਰ ਬ੍ਰਹਮ ਦਾ ਗਿਆਨ ਨਾ ਆਇਆ। ਤੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ ਇਹ ਗਿਆਨ ਤਾਂ ਹੀ ਆਊ ਜੇ ਆਪਾਂ ਸੰਗਤ ਵਿੱਚ ਆ ਕੇ ਬੈਠਾਂਗੇ, ਗੁਰੂ ਦੀ ਸ਼ਰਨ ਵਿੱਚ ਆਵਾਂਗੇ। ਤੇ ਕੀ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਹੁਕਮ ਕਰਦੇ ਨੇ, ਇਹ ਸਾਨੂੰ ਫਿਰ ਸਮਝਾਉਂਦੇ ਨੇ, ਕਹਿੰਦੇ ਨੇ ਜਦੋਂ ਤੱਕ ਆਪਾਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਵਾਂਗੇ ਨਾ, ਸਾਡੇ ਅੰਦਰ ਦਾ ਗਿਆਨ ਨਹੀਂ ਸਾਨੂੰ ਹੋਏਗਾ। ਇਸੇ ਕਰਕੇ ਕਹਿੰਦੇ ਨੇ ਜੇ ਤੁਸੀਂ ਆਪਣੇ ਅੰਦਰ ਦਾ ਗਿਆਨ ਲੈਣਾ ਚਾਹੁੰਦੇ ਹੋ, ਆਪਣੇ ਆਪ ਦੀ ਪਛਾਣ ਕਰਨਾ ਚਾਹੁੰਦੇ ਹੋ, ਫਿਰ ਤੱਤ ਦੀ ਪਛਾਣ ਕਰੋ। ਤੁਸੀਂ ਤੱਤ ਦੀ ਪਛਾਣ ਨੂੰ ਛੱਡ ਕੇ ਬਾਹਰ ਦੀ ਖੋਜ ਵਿੱਚ ਲੱਗੇ ਹੋ। ਇਹ ਬਾਹਰ ਦੀ ਖੋਜ ਇਹ ਤਨ ਤੱਕ ਸੀਮਿਤ ਹੈ। ਤੇ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਝੂ, ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆਂ ਰਹਿਣ ਵਿਹਾਣੀ। ਇਹ ਤ੍ਰੈ ਗੁਣਾਂ ਦੇ ਵਿੱਚ ਮਨ ਫਿਰ ਇਸ ਅਵਸਥਾ ਵਿੱਚ ਸੁੱਤਾ ਰਹਿੰਦਾ ਹੈ। ਪਰ ਜੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਵੇ, ਗੁਰ ਕਿਰਪਾ ਦੇ ਨਾਲ ਫਿਰ ਸਾਡੇ ਮਨ ਨੂੰ ਫਿਰ ਸੋਝੀ ਹੋਣੀ ਸ਼ੁਰੂ ਹੋ ਜਾਂਦੀ। ਤਹੀਂ ਗੁਣੀ ਸੰਸਾਰ ਭ੍ਰਮ ਸੁਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੈ। ਜਿਨ੍ਹਾਂ ਨੂੰ ਮਾਲਕ ਕਿਰਪਾ ਕਰਦਾ ਹੈ, ਪੂਰਨ ਗੁਰੂ ਮਿਲਾ ਦਿੰਦਾ ਹੈ, ਉਹ ਕਹਿੰਦੇ ਫਿਰ ਗੁਰੂ ਦੇ ਸੰਗ ਦੇ ਨਾਲ, ਗੁਰੂ ਸਾਹਿਬ ਦੇ ਅੰਮ੍ਰਿਤਮਈ ਬਚਨ ਸਰਵਣ ਕਰਨ ਦੇ ਨਾਲ, ਹੁਕਮ 'ਚ ਚੱਲਣ ਦੇ ਨਾਲ ਸਾਡਾ ਮਨ ਜਾਗਣਾ ਸ਼ੁਰੂ ਹੋ ਜਾਂਦਾ। ਗੁਰ ਕਿਰਪਾ ਤੇ ਸੇ ਜਨ ਜਾਗੈ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਿ ਉਹ ਮਨ ਜਾਗਦੇ ਨੇ, ਉਹ ਮਨ ਆਪਣੇ ਜੀਵਨ ਦਾ ਲਾਹਾ ਲੈ ਕੇ ਆਪਦੇ ਘਰ ਵਿੱਚ ਵਾਪਸ ਚਲੇ ਜਾਂਦੇ। ਹੁਣ ਕਿੱਦਾਂ ਆਪਣੇ ਘਰ ਵਿੱਚ ਵਾਪਸ ਜਾਣਾ? ਕਹਿੰਦੇ ਫਿਰ ਪਹਿਲੇ ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ। ਗੁਰਬਾਣੀ ਪੜ੍ਹ ਕੇ ਤੁਸੀਂ ਮਾਇਆ ਦੇ ਘਰ ਦਾ ਗਿਆਨ ਲਓ, ਇਹ ਤਨ ਦਾ ਗਿਆਨ ਲਓ, ਸ਼ਬਦ ਦਾ ਗਿਆਨ ਲਓ, ਨਿਜ ਮਹਿਲ ਦਾ ਗਿਆਨ ਲਓ, ਸੁਣ ਦਾ ਗਿਆਨ ਲਓ, ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਇਹ ਖੇਲ ਚੱਲਦਾ ਕਿੱਦਾਂ ਸੰਸਾਰ ਦਾ। ਇੱਥੇ ਜਦੋਂ ਤੱਕ ਗੁਰਮੁਖ ਪਿਆਰਿਓ ਐਸੀ ਇਹਨਾਂ ਤ੍ਰੈ ਗੁਣਾਂ ਦਾ, ਇਹ ਮਾਇਆ ਦਾ, ਇਹ ਕਾਲ ਦਾ, ਇਹ ਪੰਜਾਂ ਦੂਤਾਂ ਦਾ ਪੂਰਨ ਤੌਰ ਤੇ ਆਪਾਂ ਗਿਆਨ ਨਹੀਂ ਨਾ ਲੈ ਲੈਂਦੇ, ਇਹਨਾਂ ਵਿੱਚੋਂ ਫਿਰ ਛੇਤੀ ਨਿਕਲ ਨਹੀਂ ਆਪਣੇ ਕੋਲ ਹੋ ਸਕੇਗਾ। ਇਹਨਾਂ ਵਿੱਚੋਂ ਨਿਕਲਣ ਵਾਸਤੇ ਕਹਿੰਦੇ ਨੇ ਤੁਹਾਨੂੰ ਗੁਰਬਾਣੀ ਦਾ ਗਿਆਨ ਚਾਹੀਦਾ। ਸਤਿਗੁਰ ਦੀ ਬਾਣੀ ਜਿਹੜੀ ਹੈ ਸਾਨੂੰ ਇੱਥੋਂ ਭੁੱਲਿਆ ਹੋਇਆਂ ਨੂੰ ਰਸਤਾ ਦਿਖਾਉਂਦੀ ਹੈ, ਸਾਨੂੰ ਹਨੇਰੇ 'ਚੋਂ ਕੱਢ ਕੇ ਚਾਨਣ ਵਾਲੇ ਰਸਤੇ ਵੱਲ ਲੈ ਕੇ ਜਾਂਦੇ ਨੇ। ਸਾਨੂੰ ਇਹਨਾਂ ਦੇ ਮਾਇਆ ਦੇ ਜਿਹੜੇ ਇਹ ਸੰਸਾਰ ਦੇ ਉੱਪਰ ਖੇਡ ਚੱਲੀ ਜਾਂਦਾ, ਮਾਇਆ ਦੇ ਜਿਹੜੇ ਘਰ ਦੇ ਵਿੱਚ ਇਹ ਪੰਜ ਦੂਤ ਨੇ ਜਿਨ੍ਹਾਂ ਦਾ ਮੁਖੀ ਕਾਲ ਨੂੰ ਬਣਾਇਆ ਹੈ, ਇਹਨਾਂ ਵਿੱਚੋਂ ਨਿਕਲਣ ਵਾਸਤੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ। ਇਹ ਗੁਰਬਾਣੀ ਦਾ ਗਿਆਨ ਜੋ ਹੈ ਸਾਨੂੰ ਇੱਥੋਂ ਕੱਢਦਾ ਬਾਹਰ। ਇਸੇ ਵੇਲੇ ਵਾਰ-ਵਾਰ ਮਹਾਰਾਜ ਕਹਿੰਦੇ ਨੇ, ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਕਹਿੰਦੇ ਸੰਗਤ ਵਿੱਚ ਆ ਕੇ ਬਾਣੀ ਪੜ੍ਹਿਓ, ਬਾਣੀ ਨੂੰ ਸੁਣਿਓ, ਇਸ ਹਰ ਜਸ ਸਰਵਣ ਕਰੋ। ਬਿਰਥਾ ਜਨਮ ਤੁਹਾਡਾ, ਜਦੋਂ ਤੁਸੀਂ ਨਾਮ ਨੂੰ ਵਿਸਾਰ ਦਿੰਦੇ ਹੋ, ਤੁਹਾਡਾ ਜਨਮ ਬਿਰਥਾ ਚਲਾ ਜਾਂਦਾ। ਜਿਹੜਾ ਆਪਣੇ ਸਵਾਰ ਵਾਸਤੇ, ਆਪਣੇ ਸਵਾਰਥ ਵਾਸਤੇ ਲੋਭ ਲਾਲਚ ਵਿੱਚ ਲੱਗ ਕੇ ਆਪਾਂ ਸੰਸਾਰ 'ਚ ਚੱਲਦੇ ਆ ਨਾ, ਇਕੱਠਾ ਕਰ ਰਹੇ ਆ ਜਿਹੜਾ ਮਾਲ ਧਨ, ਇਹ ਨਾਲ ਨਹੀਂ ਜਾਣਾ ਜੀ। ਹੁਣ ਇਹ ਵੀ ਕਈਆਂ ਦਾ ਸਵਾਲ ਹੋ ਜਾਂਦਾ ਕਿ ਸਾਰੇ ਕਹਿੰਦੇ ਜੀ ਨਾਲ ਕੁਛ ਨਹੀਂ ਜਾਣਾ ਜੀ, ਪਰ ਇਕੱਠਾ ਵੀ ਕਰੀ ਜਾਂਦੇ ਆ। ਉਹ ਕਹਿਣ ਤੋਂ ਭਾਵ ਸਤਿਗੁਰਾਂ ਦਾ ਬਾਣੀ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਇਸ ਸੰਸਾਰ 'ਚ ਵਿਚਰੋ, ਕਰਮ ਕਰੋ, ਕਿਉਂਕਿ ਕਰਮ ਕਰਨ ਦੇ ਨਾਲ ਧਨ ਦੌਲਤ ਤੁਹਾਡੇ ਕੋਲ ਕਿ ਤੁਹਾਡਾ ਘਰ-ਬਾਰ ਚੱਲੇਗਾ। ਏਦਾਂ ਤੁਸੀਂ ਨਾਲ ਦੀ ਨਾਲ ਸ਼ਬਦ ਦੀ ਕਮਾਈ ਵੀ ਕਰੋ ਤਾਂ ਕਿ ਤੁਹਾਨੂੰ ਘਰ ਵਿੱਚ ਜਾਣ ਵਾਸਤੇ ਕੋਈ ਰੁਕਾਵਟ ਨਾ ਆਵੇ, ਆਪਣੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਕੋਈ ਰੁਕਾਵਟ ਨਾ ਆਵੇ। ਉਹ ਫਿਰ ਕਹਿੰਦੇ ਇੱਥੇ ਤ੍ਰੈ ਗੁਣਾਂ ਦੇ ਵਿੱਚ ਵਿਚਰਦਿਆਂ ਹੋਇਆਂ ਕਰਮ ਤੇ ਧਰਮ ਤੁਸੀਂ ਬਰਾਬਰ ਰੱਖਣੇ ਹੁੰਦੇ। ਤਾਂ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਉਹ ਭੇਦ ਦਿੰਦੇ ਨੇ ਸਾਨੂੰ ਕਿ ਸੰਸਾਰ ਵਾਲਾ ਜਿਹੜਾ ਖੇਲ ਹੈ ਇਹ ਦੁਬਦਾ ਦਾ ਖੇਲ ਹੈ। ਸੰਸਾਰ ਵਾਲਾ ਜਿਹੜਾ ਖੇਲ ਚੱਲ ਰਿਹਾ ਹੈ ਇਹ ਈਰਖਾ ਦਾ ਖੇਲ ਹੈ। ਇੱਥੇ ਬੰਦਾ ਜਿਹੜਾ ਪ੍ਰਾਣੀ ਆਪਣਾ ਜੀਵਨ ਹਾਰ ਕੇ ਚਲਾ ਜਾਂਦਾ। ਤੇ ਮਹਾਰਾਜ ਕਹਿੰਦੇ ਇਹ ਭਰਮ ਤੇ ਤੁਹਾਨੂੰ ਛੱਡਣਾ ਪਏਗਾ।
ਤੁਹਾਨੂੰ ਇੱਕ ਦੀ ਸ਼ਰਨ ਵਿੱਚ ਆਉਣਾ ਪਏਗਾ, ਇੱਕ ਦੇ ਗੁਣ ਗਾਣੇ ਪੈਣਗੇ। ਨਹੀਂ ਤਾਂ ਸਮਾਂ ਤੁਹਾਡਾ ਸੰਸਾਰ ਤੇ ਜਿਹੜਾ ਮਾਲਕ ਨੇ ਦਿੱਤਾ ਇਹ ਬੀਤਦਾ ਜਾਂਦਾ ਪਿਆ, ਇਹਨੂੰ ਵਿਚਾਰੋ, ਇਹ ਸਮਾਂ ਅਜਾਈ ਨਾ ਜਾਣ ਦਿਓ। ਕਿਉਂਕਿ ਜਿਵੇਂ ਜਿਵੇਂ ਇਹ ਸਮਾਂ ਘਟਦਾ ਜਾਣਾ ਹੈ, ਕਾਲ ਨੇ ਆਪਣਾ ਦਾਇਰਾ ਇੰਨਾ ਟਾਈਟ ਕਰ ਲੈਣਾ ਹੁੰਦਾ ਹੈ ਕਿ ਸਾਡਾ ਮਨ ਇੱਥੋਂ ਨਿਕਲ ਨਾ ਸਕੇ। ਤੇ ਬਾਬਾ ਕਬੀਰ ਜੀ ਆਪਾਂ ਨੂੰ ਗੁਰਬਾਣੀ ਰਾਹੀਂ ਫਿਰ ਆਪਾਂ ਨੂੰ ਗਿਆਨ ਦਿੰਦੇ ਹਨ। ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੈ ਤਨ ਸੀਜੈ, ਕਾਲ ਹੇਰੀ ਫਿਰੇ ਬਦਕ ਜਿਉ ਕਹੋ ਕਵਨ ਬਿਦ ਕੀਜੈ। ਇਹ ਕਾਲ ਜਿਹੜਾ ਆਪਣਾ ਦਾਇਰਾ ਇੰਨਾ ਟਾਈਟ ਕਰੀ ਜਾਂਦਾ ਦਿਨ ਭਰ, ਸਾਡੇ ਮਨ ਨੂੰ ਗੁਰਬਾਣੀ ਵਿੱਚ ਫਿਰ ਇਹ ਸਮਝਾਇਆ ਜਾਂਦਾ ਹੈ ਕਿ ਪ੍ਰਾਣੀ ਤੂੰ ਮਾਲਕ ਦਾ ਇਕੱਲਾ ਨਾਮ ਜਪ, ਉਹਦੀ ਸ਼ਰਨ ਵਿੱਚ ਆ ਕੇ ਬੈਠ, ਇਹ ਮਨ ਦੇ ਭਰਮ ਜਿਹੜੇ ਇਹ ਛੱਡ ਦੇ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ, ਕੇਵ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਹੀ ਸਰਨ। ਤੇ ਨਾਲ ਬਾਬਾ ਕਬੀਰ ਜੀ ਇਹ ਵੀ ਆਪਾਂ ਨੂੰ ਸਮਝਾਉਂਦੇ ਹਨ, ਕਹਿੰਦੇ ਨੇ ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ। ਕਿ ਤੁਸੀਂ ਨਾਮ ਜਪੋ। ਜਦੋਂ ਤੁਹਾਨੂੰ ਗਿਆਨ ਮਿਲ ਗਿਆ, ਤੁਹਾਨੂੰ ਸੋਝੀ ਹੋ ਗਈ ਹੈ, ਤੇ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ। ਹੁਣ ਢਿੱਲੇ ਕਿਉਂ ਕਰਦੇ ਹੋ? ਜਿਹੜਾ ਕਰਮ ਕਰਨ ਦੇ ਨਾਲ ਸਾਨੂੰ ਇੱਥੇ ਗੁਰਮੁਖੋਂ ਲਾਹਾ ਮਿਲਣਾ, ਉਹ ਕੰਮ ਨੂੰ ਆਪਾਂ ਢਿੱਲੇ ਪੈ ਜਾਂਦੇ ਆ। ਤੇ ਜੇ ਆਪਾਂ ਇੱਥੇ ਦੁਬਦਾ ਕਮਾਣੀ ਹੈ, ਈਰਖਾ ਕਰਨੀ ਹੈ, ਨਿੰਦਾ ਚੁਗਲੀ ਕਰਨੀ ਹੈ, ਆਪਣਾ ਮੂੰਹ ਕਾਲਾ ਕਰਾਉਣ ਵਾਲਾ ਕਰਮ ਕਰਨਾ ਆ, ਤੇ ਉਹਦੇ ਵਾਸਤੇ ਆਪਾਂ ਛੇਤੀ ਛਾਲਿਆ ਮਾਰਨੀ। ਤੇ ਮਹਾਰਾਜ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਨੇ, ਲਾਹੇ ਕੋ ਤੋਂ ਢੀਲਾ ਢੀਲਾ, ਕਿ ਲਾਹਾ ਲੈਣ ਵਾਸਤੇ ਤੂੰ ਢਿੱਲਾ ਹੋ ਜਾਂਦਾ, ਆਲਸ ਕਰਦਾ ਜੇ। ਟੋਟੇ ਕੋ ਤੂੰ ਵੇਖਦਾ ਆ, ਜਿਹਨੇ ਤੇਰੇ ਨਾਲ ਨਹੀਂ ਜਾਣਾ, ਜਿਹਨੇ ਤੇਰਾ ਸੰਯੋਗ ਨਹੀਂ ਦੇਣਾ, ਜਿਹਨੇ ਤੈਨੂੰ ਵਾਰ-ਵਾਰ ਗਰਭ ਜੂਨ ਦੇ ਵਿੱਚ ਲੈ ਕੇ ਜਾਣਾ, ਉਹਦੇ ਵਾਸਤੇ ਤੂੰ ਕਰਮ ਕਰਨ ਵਾਸਤੇ ਬਹੁਤ ਉਦਮ ਕਰਦਾ ਹੈ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਹਨ, ਕਹਿੰਦੇ ਨੇ ਇਹ ਸ਼ਬਦ ਜੋ ਸਤਿਗੁਰ ਦੀ ਬਾਣੀ ਹੈ, ਇਹਨਾਂ ਨੂੰ ਆਪਾਂ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਫਿਰ ਗੁਰਮੰਤਰ ਸ਼ਬਦ ਦੀ ਕਮਾਈ ਕਰਨੀ ਜੇ, ਕਿ ਤੁਹਾਡੇ ਸਾਡੇ ਮਨ ਦੇ ਅੰਦਰ ਇਹ ਗੁਰੂ ਦਾ ਸ਼ਬਦ ਵਸ ਜਾਵੇ, ਤਾਂ ਕਿ ਸਾਨੂੰ ਅੰਦਰੋਂ ਨਾਮ ਸੁਣਨਾ ਸ਼ੁਰੂ ਹੋ ਜਾਏ। ਉਹ ਜਦੋਂ ਤੱਕ ਗੁਰਮੁਖੋ ਇਹ ਕਾਲ ਦੇ ਜਾਲ ਨੂੰ ਆਪਾਂ ਨਹੀਂ ਕੱਟਦੇ, ਇਹ ਮਾਇਆ ਦੇ ਜਾਲ ਨੂੰ ਕੱਟ ਕੇ ਸੁਣ ਵਿੱਚ ਪ੍ਰਵੇਸ਼ ਨਹੀਂ ਹੁੰਦੇ, ਤੇ ਸਾਨੂੰ ਫਿਰ ਕਹਿੰਦੇ ਨੇ ਉਹ ਸ਼ਬਦ ਨਹੀਂ ਅੰਦਰੋਂ ਸੁਣੇਗਾ। ਇਹਨੂੰ ਕੱਟਣ ਵਾਸਤੇ ਸ਼ਬਦ ਦੀ ਕਮਾਈ ਤੇ ਆਪਦੇ ਘਰ ਵਿੱਚ ਬਹਿਣਾ, ਤੇ ਇਹਨੂੰ ਕਰਨਾ ਵੀ ਪੂਰਾ ਤਰੀਕੇ ਦੇ ਨਾਲ। ਇਹ ਨਾ ਹੋਵੇ ਕਿ ਆਪਾਂ ਸਿਮਰਨ ਕਰੀ ਜਾਈਏ ਤੇ ਸਾਡੇ ਹਿਰਦੇ ਵਿੱਚ ਵਸੇ ਹੀ ਨਾ। ਕਿੱਦਾਂ ਸਾਡੇ ਹਿਰਦੇ 'ਚ ਵਸੂ? ਉਹ ਕਿਹੜਾ ਤਰੀਕਾ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਆਪਾਂ ਨੂੰ ਸਮਝਾ ਦਿੱਤਾ ਹੈ। ਕਹਿੰਦੇ ਕਿ ਜਦੋਂ ਤੁਸੀਂ ਸਿਮਰਨ ਕਰਨਾ, ਬਿਲਕੁਲ ਵਿਚਾਰਾਂ ਤੋਂ ਰਹਿਤ ਹੋ, ਅਭਿਆਸ ਕਰਨਾ, ਬਿਲਕੁਲ ਵਿਚਾਰਾਂ ਤੋਂ ਰਹਿਤ ਹੋ ਕੇ, ਤਾਂ ਜਾ ਕੇ ਤੁਹਾਡੇ ਹਿਰਦੇ ਦੇ ਅੰਦਰ ਵਸੇਗਾ। ਜੇ ਤੁਸੀਂ ਸਿਮਰਨ ਕਰੀ ਜਾਂਦੇ ਹੋ, ਉਤੋਂ ਵਿਚਾਰ ਤੁਹਾਡੇ ਆਈ ਜਾਂਦੇ ਪਏ ਨੇ, ਤੁਸੀਂ ਆਪਣੀ ਆਵਾਜ਼ ਨੂੰ ਨਹੀਂ ਕਹਿੰਦੇ ਧਿਆਨ ਨਾਲ ਸੁਣਦੇ, ਜੁਗਤ ਪੂਰੀ ਨਹੀਂ ਅਪਣਾਉਂਦੇ, ਤੇ ਕਹਿੰਦੇ ਨੇ ਫਿਰ ਤੁਹਾਡੇ ਅੰਦਰ ਹਿਰਦੇ ਦੇ ਅੰਦਰ ਇਹ ਸ਼ਬਦ ਨਹੀਂ ਵਸੇਗਾ। ਨਹੀਂ ਤੇ ਫਿਰ ਉਹ ਤਰੀਕਾ ਗੁਰਬਾਣੀ ਵਿੱਚ ਉਸ ਬਾਰੇ ਸਾਨੂੰ ਗਿਆਨ ਦੇ ਦਿੱਤਾ ਹੈ। ਮੁਖੋਂ ਹਰ ਹਰ ਸਭ ਕੋ ਕਹੈ, ਕਹਿੰਦੇ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਜਿਨ੍ਹਾਂ ਦੇ ਅੰਦਰ, ਮਨ ਦੇ ਅੰਦਰ ਉਹ ਸ਼ਬਦ ਵਸ ਜਾਂਦਾ ਹੈ, ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਅਭਿਆਸ ਕਰਦੇ ਨੇ। ਉਹ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਆਪਣੇ ਜਦੋਂ ਅਭਿਆਸ ਤੇ ਬਹਿਣਾ ਹੁੰਦਾ ਹੈ, ਜਦੋਂ ਸ਼ਬਦ ਦੀ ਕਮਾਈ ਕਰਨੀ ਹੁੰਦੀ ਹੈ, ਸੁਚੇਤ ਹੋ ਕੇ ਤੁਸੀਂ ਸਿਮਰਨ ਅਭਿਆਸ ਕਰਨਾ ਹੈ ਕਿ ਤੁਹਾਡਾ ਮਨ ਵਿਚਾਰਾਂ 'ਚ ਨਾ ਚਲਾ ਜਾਏ। ਆਪਣੀ ਆਵਾਜ਼ ਨੂੰ ਨਿਰੰਤਰ ਸੁਣੇ। ਜਦੋਂ ਇਹ ਮਨ ਸਾਡਾ ਆਪਣੀ ਆਵਾਜ਼ ਨੂੰ ਨਿਰੰਤਰ ਸੁਣਦਾ ਹੈ, ਇਹਦੇ ਵਿੱਚ ਸਮਾਣਾ ਸ਼ੁਰੂ ਕਰ ਦਿੰਦਾ ਹੈ। ਸਾਡਾ ਸ਼ਬਦ ਦਾ ਤੇ ਸੁਰਤੀ ਦਾ ਆਪਸ 'ਚ ਮੇਲ ਹੋਣਾ ਸ਼ੁਰੂ ਹੋ ਜਾਂਦਾ ਹੈ, ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਗੁਰਮੁਖ ਪ੍ਰੈਕਟੀਕਲ ਕਰਦੇ ਨੇ, ਅਭਿਆਸ ਕਰਦੇ ਨੇ, ਸੰਗਤ ਵਿੱਚ ਵੀ ਗੁਰਮੁਖ ਜੀ ਕਈ ਅਭਿਆਸ ਕਰਦੇ, ਸਿਮਰਨ ਕਰਦੇ ਨੇ, ਤੇ ਸਿਮਰਨ ਕਰਦਿਆਂ ਕਰਦਿਆਂ ਉਹਨਾਂ ਨੂੰ ਆਪਣਾ ਤਨ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਤੇ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਫਤਿਹ ਬੁਲਾਉਂਦੇ ਨੇ, ਤੇ ਫਿਰ ਸੁਰਤੀ ਸ਼ਬਦਾਂ ਨੂੰ ਉੱਠਦੀ ਤੇ ਸ਼ੁਰੂ ਕਰ ਦਿੰਦੇ ਨੇ। ਇਹ ਤਰੀਕਾ ਹੁੰਦਾ ਹੈ ਜੋ ਆਪਾਂ ਨੂੰ ਗੁਰਮੁਖਾਂ ਪਿਆਰਿਆਂ ਨੇ ਸਿਖਾਇਆ ਹੁੰਦਾ ਹੈ ਕਿ ਇਸ ਵਿਧੀ ਦੁਆਰਾ, ਇਸ ਤਰੀਕੇ ਦੁਆਰਾ ਤੁਸੀਂ ਅਭਿਆਸ ਕਰੋ,
ਸਿਮਰਨ ਕਰੋ, ਤੁਹਾਡੇ ਹਿਰਦੇ ਦੇ ਅੰਦਰ ਉਹ ਸ਼ਬਦ ਵਸ ਜਾਵੇ, ਗੁਰੂ ਦਾ ਸ਼ਬਦ ਗੁਰਮੰਤਰ ਵਸ ਜਾਵੇ, ਤਾਂ ਕਿ ਤੁਸੀਂ ਜਦੋਂ ਆਪ ਦੇ ਘਰ ਸੁਣਨ ਵਿੱਚ ਜਾਣਾ ਹੈ, ਸ਼ਬਦ ਪ੍ਰਗਟ ਹੋਵੇ ਤੇ ਉਹਨੂੰ ਤੁਹਾਨੂੰ ਕੋਈ ਰੁਕਾਵਟ ਨਾ ਆਵੇ ਸੁਣਨ ਵਿੱਚ, ਉਹਦੇ ਵਿੱਚ ਸਮਾਨ ਦੀ ਰੁਕਾਵਟ ਨਾ ਆਵੇ, ਉਹ ਤੁਹਾਨੂੰ ਸਿੱਧਾ ਆਪ ਦੇ ਘਰ ਲੈ ਜਾਏਗਾ ਸ਼ਬਦ। ਜੇ ਵਿਚਾਰ ਆਪਾਂ ਨੂੰ ਸਿਮਰਨ ਕਰਦਿਆਂ ਵੀ ਆਈ ਜਾਂਦੇ ਨੇ ਤੇ ਆਪਣਾ ਮਨ ਇਹ ਸਫ਼ਰ ਫਿਰ ਤੈਅ ਨਹੀਂ ਕਰਦਾ। ਇਹੀ ਰੁਕਾਵਟਾਂ, ਇਹੀ ਆ ਸਾਰਿਆਂ ਦੇ। ਕਈ ਵਾਰ ਸਵਾਲ ਹੁੰਦੇ ਨੇ, ਵਿਚਾਰ ਹੁੰਦੇ ਨੇ, ਵਿਚਾਰ ਨਹੀਂ ਬੰਦ ਹੁੰਦੇ, ਵਿਚਾਰ ਨਹੀਂ ਬੰਦ ਹੁੰਦੇ। ਵਿਚਾਰ ਕਿਉਂ ਨਹੀਂ ਬੰਦ ਹੁੰਦੇ? ਕਿਉਂਕਿ ਆਪਾਂ ਧਿਆਨ ਦੇ ਨਾਲ ਆਵਾਜ਼ ਸੁਣ ਕੇ ਸਿਮਰਨ ਨਹੀਂ ਕਰਦੇ। ਜਦੋਂ ਆਪਾਂ ਅਭਿਆਸ ਕਰਾਂਗੇ, ਇੱਕ ਮਨ ਇੱਕ ਚਿੱਤ ਹੋ ਗਏ, ਆਹ ਪ੍ਰੈਕਟੀਕਲ ਕਰਕੇ ਦੇਖਾਂਗੇ, ਲਗਾਤਾਰ ਇਹ ਬਿਲਕੁਲ ਵਿਚਾਰ ਆਣੇ ਬੰਦ ਹੋ ਜਾਂਦੇ ਨੇ। ਇਸ ਕਰਕੇ ਸਾਡਾ ਮਨ ਜਾਗਦਾ ਹੀ ਉਦੋਂ ਹੈ ਜਦੋਂ ਇੱਕ ਚਿੱਤ ਹੋ ਕੇ ਅਭਿਆਸ ਕਰਦੇ। ਜਦੋਂ ਇੱਕ ਚਿੱਤ ਸਾਡਾ ਮਨ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਅਭਿਆਸ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਡੇ ਮਨ ਨੇ ਜਾਗਣਾ ਸ਼ੁਰੂ ਕਰ ਦੇਣਾ ਹੁੰਦਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ 'ਚ ਲਿਖਿਆ, ਸਿਮਰ 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 ਗੁਰ ਆਪਣਾ। ਸਿਮਰਨਾ ਉਹਨੂੰ, ਪਰ ਸਿਮਰਨਾ ਕਿੱਦਾਂ ਹੈ? ਸ਼ਬਦ ਦੀ ਧੁਨ 'ਚ ਧਿਆਨ ਰੱਖ ਕੇ ਐ ਹੋਗੇ। ਇਹ ਆਵਾਜ਼ ਨੂੰ ਜਦੋਂ ਬੜੇ ਪਿਆਰ ਦੇ ਨਾਲ ਆਪਾਂ ਸੁਣਦੇ ਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਕਹਿੰਦੇ ਤੁਹਾਡਾ ਮਨ ਜਾਗੇਗਾ, ਇਹ ਗਰੰਟੀ ਜੇ। ਕਹਿੰਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਇਹ ਮਨ ਤੁਹਾਡਾ ਜਾਗੇਗਾ। ਕਹਿੰਦੇ ਜਦੋਂ ਇਹ ਜਾਗਿਆ ਤੁਹਾਡਾ ਮਨ, ਇਹਨੇ ਜਾ ਕੇ ਸੁਣਨ 'ਚ ਜਾਗਣਾ ਜੇ। ਉੱਥੇ ਫਿਰ ਉਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਨਿਸ਼ਾਨੀਆਂ ਦੱਸ ਦਿੱਤੀਆਂ ਸਾਡੇ ਘਰ ਦੀਆਂ, ਉਹ ਦਰ ਦੀਆਂ, ਜਦੋਂ ਸਾਡਾ ਮਨ ਆਪਦੇ ਘਰ ਜਾ ਕੇ ਬਹਿੰਦਾ। ਤੇ ਮਹਾਰਾਜ ਗੁਰਬਾਣੀ ਵਿੱਚ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਤੁਸੀਂ ਉੱਥੇ ਜਾਣਾ ਹੈ, ਇਹਦਾ ਮਤਲਬ ਕਿ ਤੁਸੀਂ 9 ਦਰਵਾਜ਼ਿਆਂ ਨੂੰ ਛੱਡ ਗਏ ਹੋ ਤੇ ਆਪਦੇ ਘਰ 10ਵੇਂ ਦੇ ਵਿੱਚ ਪ੍ਰਵੇਸ਼ ਹੋ ਗਏ ਹੋ। ਉੱਥੇ ਸ਼ਬਦ ਚੱਲਦਾ ਹੈ, ਇਹ ਉੱਥੇ ਦੀ ਨਿਸ਼ਾਨੀ ਜੇ। ਕਿਉਂਕਿ ਸਾਨੂੰ ਗੁਰਬਾਣੀ ਦੇ ਵਿੱਚ ਗੁਰਮੁਖੋਂ ਗਿਆਨ ਦਿੱਤਾ ਜਾਂਦਾ ਸਾਡੇ ਘਰ ਦਾ, ਕਿ ਜਿਹੜਾ ਆਪਾਂ ਵਿਸਰੀਏ ਨਾ, ਇਹਨੂੰ ਭੁੱਲੀਏ ਨਾ। ਇਸ ਕਰਕੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ। ਹਰ ਵਾਰ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਇਹ ਸਾਨੂੰ ਦ੍ਰਿੜ ਕਰਾਇਆ ਜਾਂਦਾ ਹੈ। ਸਤਿਗੁਰ ਦਾ ਉਪਦੇਸ਼ ਜਿਹੜਾ ਸਾਡੇ ਮਨ ਨੂੰ ਦ੍ਰਿੜ ਕਰਾਇਆ ਜਾਂਦਾ ਹੈ, ਇਹ ਦ੍ਰਿੜਤਾ ਮਿਲਦੀ ਹੈ ਸੰਗਤ ਵਿੱਚ ਆ ਕੇ, ਕਿ ਆਪਾਂ ਫੇਰ ਨਾ ਆਪਣੇ ਘਰ ਨੂੰ ਭੁੱਲ ਜਾਈਏ। ਉਹ ਦਰ ਦੀ ਨਿਸ਼ਾਨੀ ਜੋ ਦੱਸੀ ਹੈ ਗੁਰਬਾਣੀ ਵਿੱਚ, ਉਹਨੂੰ ਨਾ ਭੁੱਲ ਜਾਈਏ। ਤੇ ਮਹਾਰਾਜ ਬਾਣੀ ਵਿੱਚ ਫਿਰ ਆਪਾਂ ਨੂੰ ਸਮਝਾਉਂਦੇ ਹਨ, ਕਹਿੰਦੇ ਨੇ 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਚੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਗੁਰੂ ਦੀ ਮੱਤ ਦੁਆਰਾ ਜਦੋਂ ਆਪਾਂ ਫਿਰ ਸ਼ਬਦ ਦਾ ਅਭਿਆਸ ਕਰਦੇ ਆ, 9 ਦਰਾਂ ਤੋਂ ਉੱਪਰ ਉੱਠਦੇ ਆ, ਫਿਰ ਉਸ ਅਵਸਥਾ ਵਿੱਚ ਸਾਡਾ ਮਨ ਚਲਾ ਜਾਂਦਾ ਜਿੱਥੇ ਉਹ ਅਨਹਦ ਬਾਣੀ, ਅਨਹਦ ਸ਼ਬਦ ਚੱਲਦੇ ਨੇ। ਇਹ ਜਿਹੜੀ ਕਿਰਪਾ ਹੁੰਦੀ ਹੈ, ਇਹ ਸਤਿਗੁਰੂ ਕਿਰਪਾ ਕਰਦੇ ਆਪਾਂ ਨੂੰ। ਗੁਰੂ ਨੂੰ ਮਿਲ ਕੇ ਜਦੋਂ ਆਪਾਂ ਇਹ ਸੰਸਾਰ ਸਾਗਰ ਨੂੰ ਪਾਰ ਕਰ ਲੈਂਦੇ ਆ, ਇਹ ਭੌਜਲ ਨੂੰ ਪਾਰ ਕਰ ਲੈਂਦੇ ਆ, ਤੇ ਫਿਰ ਇਹ ਨਿਸ਼ਾਨੀਆਂ ਸਾਨੂੰ ਦੱਸ ਦਿੱਤੀਆਂ। ਗੁਰਮਿਲ ਭਵਜਲ ਲੰਘੀ ਹੈ, ਦਰਗਹਿ ਪਤ ਪ੍ਰਵਾਨ, ਨਾਨਕ ਤੇ ਮੁਖ ਉਜਲੈ ਧੁਨ ਉਪਜੈ, ਸ਼ਬਦ ਨਿਸ਼ਾਨ। ਨਿਸ਼ਾਨੀ ਦੱਸ ਦਿੱਤੀ ਸਾਨੂੰ। ਤੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ ਕਿ ਕਿ ਜਿੱਥੇ ਉਹ ਸ਼ਬਦ ਚੱਲਦੇ ਨੇ, ਉਹ ਆਵਾਜ਼ ਚੱਲਦੀ, ਜਿੱਥੇ ਤੁਹਾਨੂੰ ਧੁਨਾਂ ਸੁਣੀਆਂ ਨਾ ਸ਼ੁਰੂ ਹੋ ਜਾਂਦੀਆਂ ਅੰਦਰੋਂ, ਉਹ ਤੁਹਾਡਾ ਦਰ ਜੇ ਮਾਲਕ ਦਾ। ਤੇ ਦਰ ਤੇ ਬਹਿ ਕੇ ਸੁਣ, ਦਰ ਤੇ ਜਾ ਕੇ ਆਪਾਂ ਕੂਕਰ ਬਣ ਕੇ ਬੈਠਣਾ ਹੁੰਦਾ ਹੈ। ਜਿਵੇਂ ਗੁਰਮੁਖ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਕਿ ਪਹਿਲੇ ਆਪਾਂ ਆਪ ਬੋਲ ਬੋਲ ਕੇ ਉਹਨੂੰ ਸੁਣਾਉਂਦੇ ਆ, ਆਪ ਬੋਲੀ ਜਾਂਦੇ ਆ, ਉਹਨੂੰ ਸੁਣਾਉਂਦੇ ਆ। ਫਿਰ ਸਾਡਾ ਮਨ ਸਹਿਜ ਜਾਂਦਾ, ਉਹ ਕਿਰਪਾ ਕਰਦਾ ਹੈ। ਭੋਜਨ ਨੂੰ ਪਾਰ ਕਰਕੇ ਘਰ ਵਿੱਚ ਬਹਿਨੇ, ਦਰ ਤੇ ਬਹਿਨੇ, ਫਿਰ ਉਹ ਸਾਨੂੰ ਉਹ ਸੁਣਾਉਂਦਾ ਜੀ, ਅਸੀਂ ਉਹ ਸੁਣਨਾ ਹੁੰਦਾ ਹੈ। ਫਿਰ ਸਾਡਾ ਮਨ ਜਾਗਦਾ ਜਦੋਂ ਲਗਾਤਾਰ ਆਪਾਂ ਉਹਨਾਂ ਨੂੰ ਸੁਣਦੇ ਆ। ਤਾਂ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਕਹਿੰਦੇ ਹਰ ਕੀਰਤਨ ਮੈਂ ਇਹ ਮਨ ਜਾਗਿਆ। ਇਹ ਕਿੱਦਾਂ ਮਨ ਜਾਗਦਾ ਹਰੀ ਦੇ ਕੀਰਤਨ ਦੇ ਵਿੱਚ? ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ ਕਿ ਇਹ ਮਨ ਜਾਗਿਆ ਤਾਂ ਕਿ ਜਿਹੜਾ ਕਰਮ ਕੀਤਾ ਆਪਾਂ, ਕਿ ਸਾਡੇ ਮਨ ਤੋਂ ਵਿਚਾਰਾਂ ਦੀ ਮੈਲ ਉਤਰ ਗਈ, ਫੁਰਨੇ ਆਣੇ ਬੰਦ ਹੋ ਗਏ, ਵਿਚਾਰ ਆਣੇ ਬੰਦ ਹੋ ਗਏ। ਉਹ ਕਰਮ ਕੀਤਾ ਜੋ ਸਤਿਗੁਰੂ ਨੇ ਹੁਕਮ ਕੀਤਾ ਸੀ, ਸੋ ਕਿਛ ਕਰ ਜਿਤ ਮੈਂ
ਨਾ ਲੱਗੈ ਹਰ ਕੀਰਤਨ ਮੈਂ ਇਹ ਮਨ ਜਾਗੈ। ਉਹ ਕਰਮ ਉਹ ਕਮਾ ਲਿਆ ਜਿੰਦੇ ਕਰਕੇ ਸਾਡੇ ਮਨ ਨੂੰ ਮੈਲ ਨਹੀਂ ਲੱਗੀ, ਸਾਡਾ ਮਨ ਨਿਰਮਲ ਹੋ ਗਿਆ। ਤੇ ਨਿਰਮਲ ਕਿੱਦਾਂ ਗੁਰਮੁਖੋ ਆਪਣਾ ਮਨ ਹੁੰਦਾ ਹੈ? ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ। ਤੇ ਆਓ ਸਾਰਾ ਪਰਿਵਾਰ ਮਿਲ ਕੇ ਉਸੇ ਤਰ੍ਹਾਂ ਆਪਾਂ ਵੀ ਸ਼ਬਦ ਦੀ ਕਮਾਈ ਕਰੀਏ। ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਪੂਰਾ ਧਿਆਨ ਦੇ ਨਾਲ ਸਿਮਰਨ ਕਰਨਾ, ਪੂਰਾ ਧਿਆਨ ਰੱਖਣਾ ਆਪਣੀ ਆਵਾਜ਼ ਨੂੰ ਸੁਣਨ ਵਿੱਚ, ਬਿਲਕੁਲ ਰਿਲੈਕਸ ਹੋ ਕੇ, ਤਾਂ ਕਿ ਵਿਚਾਰ ਨਾ ਕੋਈ ਆਵੇ। ਸਾਰੇ ਕਰੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਿਧੀ, ਇਹ ਤਰੀਕਾ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਆਪਾਂ ਨੂੰ ਸਮਝਾਇਆ ਹੈ, ਇਸ ਦੇ ਨਾਲ ਗੁਰਮੁਖੋ ਆਪਾਂ ਲਾਹਾ ਲੈਦੇ। ਜਿਉਂ-ਜਿਉਂ ਸਾਡਾ ਮਨ ਸ਼ਬਦ ਦੀ ਧੁਨ ਵਿੱਚ ਧਿਆਨ ਰੱਖ ਕੇ ਜੁੜਨਾ ਸ਼ੁਰੂ ਹੋ ਜਾਂਦਾ ਹੈ, ਇਹਨੂੰ ਸੁੱਖ ਮਿਲਣਾ ਸ਼ੁਰੂ ਹੁੰਦਾ ਹੈ, ਨਿਰਮਲ ਹੋ ਜਾਂਦਾ ਹੈ, ਆਪ ਦੇ ਘਰ ਜਾ ਕੇ ਆਸਣ ਲਾ ਲੈਂਦਾ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਹਨ ਕਿ ਇਹ ਲਾਹਾ ਲੈਣ ਦਾ ਤਰੀਕਾ ਹੈ। ਮਨ ਨੂੰ ਜਿੱਤਣ ਦਾ, ਤਨ ਨੂੰ ਜਿੱਤਣ ਦਾ, ਇਸ ਸ਼ਬਦ ਦੁਆਰਾ ਸਾਨੂੰ ਲਾਹਾ ਮਿਲਦਾ ਹੈ। ਤੇ ਜਿਹੜੇ ਆਪਣੇ ਇਹ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦਿੱਤਾ ਨਾ ਪੰਜਾਂ ਦੂਤਾਂ ਦਾ, ਜਿਹੜੇ ਸਾਡੇ ਮਨ ਨੂੰ ਭਰਮਾ ਕੇ ਆਪਦੇ ਘਰ ਵਿੱਚ ਸਾਡਾ ਮੂੰਹ ਪਵਾ ਦਿੰਦੇ ਨੇ, ਸਾਨੂੰ ਹਾਰਨ ਵਾਲੇ ਪਾਸੇ ਲੈ ਜਾਂਦੇ ਨੇ, ਉਹਨਾਂ ਬਾਰੇ ਗੁਰਬਾਣੀ ਵਿੱਚ ਸਤਿਗੁਰੂ ਨੇ ਆਪਾਂ ਨੂੰ ਕਿਰਪਾ ਕੀਤੀ। ਕਹਿੰਦੇ ਮਨ ਤਨ ਜੀਤ ਸ਼ਬਦ ਲੈ ਲਾਹਾ, ਗੁਰਮਤ ਪੰਚ ਦੂਤ ਵਸਾਵੈ, ਮਨ ਤਨ ਹਰ ਉਮਾਹਾ ਰਾਮ। ਕਿ ਗੁਰੂ ਦੀ ਮਤ ਅਨੁਸਾਰ ਜਦੋਂ ਤੁਸੀਂ ਸ਼ਬਦ ਦੀ ਕਮਾਈ ਕਰੋਗੇ, ਤੁਹਾਨੂੰ ਲਾਹਾ ਮਿਲੇਗਾ। ਤੁਹਾਡਾ ਮਨ ਜਿਹੜਾ ਹੈ, ਇਹ ਜਿਹੜਾ ਤਨ ਹੈ, ਤੁਸੀਂ ਇਹਨੂੰ ਜਿੱਤ ਸਕਦੇ ਹੋ, ਇਹ ਪੰਜਾਂ ਦੂਤਾਂ ਨੂੰ ਜਿੱਤ ਸਕਦੇ ਹੋ। ਮਨ ਜਿਹੜਾ ਆਪਣਾ ਹੈ ਵਿਚਾਰਾਂ 'ਚ ਚਲਾ ਜਾਂਦਾ ਹੈ, ਤੇ ਵਿਚਾਰਾਂ 'ਚ ਜਾਣ ਕਰਕੇ ਜਿਹੜਾ ਇਹ ਤਨ ਵੀ ਸਾਡਾ ਵਸੋਂ ਬਾਹਰ ਹੋ ਜਾਂਦਾ। ਦੇਖੋ, ਗਿਆਨ ਇੰਦਰੀਆਂ ਵਸੋਂ ਬਾਹਰ, ਕਰਮ ਇੰਦਰੀਆਂ ਵਸੋਂ ਬਾਹਰ। ਇਹਨਾਂ ਨੂੰ ਵਸ ਕਰਨ ਵਿੱਚ ਹੀ ਸਾਰਾ ਸਾਨੂੰ ਤਰੀਕਾ ਸਮਝਾ ਦਿੱਤਾ। ਇਹਨਾਂ ਨੂੰ ਵਸ ਕਿੱਦਾਂ ਕਰਨਾ, ਇਹਨਾਂ ਨੂੰ ਜੇ ਕਰਾਂਗੇ ਤੇ ਅੰਦਰੋਂ ਨਾਮ ਸੁਣਾਂਗੇ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਇੰਦਰੀ ਵਸ ਕਰ ਸੁਣੋ ਹਰ ਨਾਮ। ਤੇ ਵਸ ਜੇ ਤਾਂ ਹੀ ਹੋਣਗੇ ਜੇ ਆਪਾਂ ਰਾਤ ਦਿਨ ਲਗਾਤਾਰ ਸ਼ਬਦ ਦਾ ਅਭਿਆਸ ਕਰਾਂਗੇ, ਮਾਲਕ ਦੀ ਉਸਤਤ ਕਰਾਂਗੇ, ਨਿਰੰਕਾਰ ਦੀ ਸਿਫਤ ਸਲਾਹ ਕਰਾਂਗੇ, ਤਾਂ ਹੀ ਵਸ 'ਚ ਹੋਏਗਾ। ਕਿਉਂਕਿ ਆਪਣੀ ਆਦਤ ਪਈ ਹੈ ਨੇਤਰਾਂ ਨੂੰ, ਸਰਵਣਾ ਨੂੰ, ਰਸਨਾ ਨੂੰ ਸੰਸਾਰ 'ਚ ਵਿਚਰਨ ਦੀ। ਇਸ ਲਈ ਸੰਗਤ ਜਿੰਨੀ ਜ਼ਿਆਦਾ ਕਰਾਂਗੇ, ਜਿੰਨਾ ਸਿਮਰਨ ਜ਼ਿਆਦਾ ਕਰਾਂਗੇ, ਬਾਣੀ ਨਾਲ ਲਗਾ ਰੱਖਾਂਗੇ, ਪ੍ਰੇਮ ਆਪਣੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ, ਪ੍ਰੇਮ ਪੈਣਾ ਸ਼ੁਰੂ ਹੋ ਜਾਂਦਾ ਸੱਚ ਦੇ ਨਾਲ, ਸ਼ਬਦ ਨਾਲ, ਮਾਲਕ ਦੇ ਨਾਲ। ਇੱਕ ਤਰੀਕਾ ਆ, ਮਾਇਆ ਨਾਲ ਪਿਆਰ ਪੈ ਗਿਆ ਤੇ ਆਪਾਂ ਵਿਚਾਰਾਂ ਵਿੱਚ ਚਲੇ ਜਾਂਦੇ ਹਾਂ। ਇਹ ਮਾਇਆ ਦੀ ਜਿਹੜੀ ਇਹ ਦੁਰਮਤ ਆ, ਜਿਹੜੀ ਇਹ ਦੁਰਮਤ ਆਪਾਂ ਗ੍ਰਹਿਣ ਕਰ ਲੈਂਦੇ ਹਾਂ ਪੰਜਾਂ ਦੇ ਨਾਲ ਮਿੱਤਰਤਾ ਪਾ ਕੇ, ਜਿਹੜੇ ਸਾਡੇ ਮਨ ਦੇ ਅੰਦਰ ਵਿਚਾਰ ਪੈਦਾ ਕਰਦੇ ਨੇ। ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਹਨ, ਪੰਚ ਦੂਤ ਚਿਤਵੇ ਵਕਾਰਾ,
ਮਾਇਆ ਮੋਕਾ ਇਹ ਪਸਾਰਾ। ਇਹ ਪੰਜ ਦੂਤ ਜਿਹੜੇ ਨੇ ਸਾਡੇ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਲੈ ਕੇ ਆਉਂਦੇ ਨੇ। ਸਾਡਾ ਨੇਤਰਾਂ ਦੁਆਰਾ ਧਿਆਨ ਬਾਹਰ ਸੰਸਾਰ ਵਿੱਚ ਜੋੜ ਦਿੰਦੇ ਨੇ। ਇਹ ਰੰਗ ਤਮਾਸ਼ੇ ਦੇਖਣ ਵਿੱਚ ਮਸਤ ਹੋ ਜਾਂਦੇ ਨੇ। ਇਹਨਾਂ ਦੇ ਨੇਤਰਾਂ ਨੂੰ ਫਿਰ ਇਹ ਤੜਪ ਨਹੀਂ ਹੁੰਦੀ, ਇਹ ਨੇਤਰ ਵਸੋਂ ਬਾਹਰ ਹੋ ਜਾਂਦੇ ਨੇ ਕਿ ਸੱਚ ਦੇ ਦਰਸ਼ਨ ਕਰ ਲਈਏ। ਮਨ ਦੇ ਅੰਦਰੋਂ ਸਾਰੀ ਸਾਡੀ ਤੜਪ, ਸਾਡਾ ਪਿਆਰ, ਸਾਡਾ ਸਾਰਾ ਗਿਆਨ ਇਹ ਖੋਹ ਲੈਂਦੇ ਨੇ ਤੇ ਸਾਨੂੰ ਆਪ ਦਾ ਗਿਆਨ ਦਿੰਦੇ ਨੇ ਕਿ ਤੂੰ ਇੱਧਰ ਦੇ ਦੇਸ਼ ਦਾ ਵਾਸੀ ਏ, ਇੱਧਰ ਦੇ ਦੇਸ਼ ਦਾ ਰਾਜਾ ਆ, ਤੂੰ ਇੱਧਰ ਦੇ ਦੇਸ਼ ਦੇ ਕਰਮ ਕਰ। ਇੱਥੇ ਲੋਕੀ ਦੇਖ ਤੈਨੂੰ ਕਿੰਨੇ ਸਲਾਹੁੰਦੇ ਨੇ, ਕਿੰਨੀ ਤੇਰੀ ਸਿਫਤ ਸਲਾਹ ਕਰਦੇ ਨੇ। ਇਹ ਕੌਣ ਗਿਆਨ ਅੰਦਰੋਂ ਦਿੰਦਾ ਹੈ? ਪੰਜੂਤ ਸਾਡੇ ਅੰਦਰ ਵਿਚਾਰ ਲੈ ਕੇ ਆਉਂਦੇ ਨੇ, ਸਾਨੂੰ ਹੋਮੇ ਦਾ ਸ਼ਿਕਾਰ ਬਣਾ ਲੈਂਦੇ ਨੇ। ਤੇ ਜਿਹੜੀ ਇਹ ਹੋਮੇ ਆ, ਜਿਹੜਾ ਹੋਮੇ ਫਿਰ ਸਾਨੂੰ ਅੱਗੇ ਚੱਲਣ ਨਹੀਂ ਦਿੰਦਾ ਇਸ ਬੰਨੇ। ਕਿਵੇਂ ਨਹੀਂ ਸਾਨੂੰ ਹੋਮੇ ਇੱਧਰ ਚੱਲਣ ਦਿੰਦੀ ਸੱਚ ਦੇ ਮਾਰਗ ਤੇ? ਕਿਉਂਕਿ ਪੰਜੇ ਦੂਤ ਸਾਡੇ ਮਨ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ, ਭਰਮਾ ਲੈਂਦੇ ਨੇ। ਇਹ ਸਾਡੇ ਮਨ ਦਾ ਜਿਹੜਾ ਧਿਆਨ ਸੰਸਾਰ ਵਿੱਚ ਜੋੜ ਦਿੰਦੇ ਨੇ। ਇਹ ਸਾਡਾ ਮਨ ਫਿਰ ਕੀ ਕਰਦਾ? ਕਹਿੰਦੇ ਸਿਫਤ ਸਲਾਹ ਛੱਡ ਕੇ ਕਹਿੰਦੇ ਨੇ ਇਹ ਸਵਾਦਾਂ ਬਾਦਾਂ 'ਚ, ਈਰਖਾ 'ਚ ਲੱਗ ਜਾਂਦਾ। ਆ ਜਿਹੜੇ ਜ਼ਿਆਦਾਤਰ ਆਪਾਂ ਚਿੱਤਰਬਾਰ ਦੇਖਦੇ ਹਾਂ, ਦ੍ਰਿਸ਼ਟਮਾਨ ਦੇਖਦੇ ਆ, ਇਹ ਸਾਡੇ ਮਨ ਨੂੰ ਚੰਗਾ ਲੱਗਦਾ, ਸਾਡੇ ਮਨ ਨੂੰ ਭਾਉਂਦਾ ਆ, ਇਹਨੂੰ ਛੱਡਦਾ ਨਹੀਂ। ਤੇ ਕੀ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਇਹ ਜਿਹੜਾ ਤੁਸੀਂ ਇੱਥੇ ਪਿਆਰ ਪਾਇਆ, ਮੋਹ ਪਾਇਆ, ਈਰਖਾ ਨਾਲ ਤੁਹਾਡਾ ਮਨ ਚੰਗਾ ਜੁੜ ਕੇ ਬੈਠਾ ਹੈ, ਇਹ ਹਾਰਨ ਦਾ ਕਾਰਨ ਬਣੀ ਜਾ ਰਿਹਾ। ਸਤਿਗੁਰੂ ਕਿਰਪਾ ਕਰਦੇ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ। ਜਨਮ ਗਵਾ ਲਿਆ ਕਹਿੰਦੇ। ਮੌਕਾ ਜਿਹੜਾ ਮਾਲਕ ਨੇ ਸਾਨੂੰ ਇੱਥੇ ਸੰਸਾਰ ਦੇ ਉੱਪਰ ਦਿੱਤਾ ਸੀ, ਇਹਨੂੰ ਹਾਰ ਕੇ ਚਲਾ ਜਾਂਦਾ ਮਨ। ਜਿਹੜਾ ਮਾਲਕ ਅੰਦਰ ਬੈਠਾ ਸਾਨੂੰ ਆਵਾਜ਼ ਦਿੰਦਾ, ਆਪਾਂ ਉਹ ਆਵਾਜ਼ ਨੂੰ ਸੁਣਦੇ ਨਹੀਂ। ਕਿਉਂਕਿ ਸਾਨੂੰ ਕਿਉਂ ਨਹੀਂ ਸੁਣਦੀ? ਗਿਆਨ ਨਹੀਂ ਲੈਂਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆ ਰਹੇ। ਤੇ ਮਹਾਰਾਜ ਗੁਰਬਾਣੀ 'ਚ ਫਿਰ ਆਪਾਂ ਨੂੰ ਸਮਝਾਉਂਦੇ ਹਨ, ਕਹਿੰਦੇ ਨੇ ਫਿਰ ਗੁਰੂ ਦੀ ਸ਼ਰਨ ਵਿੱਚ ਜਾਓ, ਉਹ ਤੇ ਸਾਰੇ ਜੱਗ ਨੂੰ ਤਾਰਨ ਵਾਲਾ ਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੇ ਹੁਕਮ ਵਿੱਚ ਆ ਜਾਂਦਾ ਹੈ, ਉਸ ਦੇ ਭਾਣੇ ਨੂੰ ਮੰਨ ਕੇ ਚੱਲਦਾ ਹੈ, ਉਹ ਤਰ ਜਾਂਦਾ ਹੈ। ਜਿਹੜਾ ਬਾਹਰ ਵਿਚਰਦਾ ਆ, ਇਹ ਫਿਰ ਵਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਜਦੋਂ ਬਾਣੀ ਪੜ੍ਹਦੇ ਹਾਂ ਆਪਾਂ, ਸਾਨੂੰ ਫਿਰ ਗੁਰਬਾਣੀ, ਗੁਰੂ ਸਾਨੂੰ ਹੁਕਮ ਕਰਦੇ ਨੇ ਸੰਤਾਂ ਦਾ ਸੰਗ ਕਰੋ, ਜਾ ਕੇ ਗੁਰਸਿੱਖਾਂ ਦਾ ਸੰਯੋਗ ਕਰੋ। ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਹਨ, ਬਾਹਰ ਰਾਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ। ਸੰਤਾਂ ਦਾ, ਗੁਰਸਿੱਖਾਂ ਦਾ ਸੰਗਤ ਰੂਪ ਵਿੱਚ ਜਦੋਂ ਆਪਾਂ ਬਹਿ ਕੇ ਅਭਿਆਸ ਕਰਦੇ ਆ, ਸੰਯੋਗ ਕਰਦੇ ਆ, ਤੇ ਮਨ ਸਾਡਾ ਫਿਰ ਰੰਗਿਆ ਜਾਂਦਾ। ਇਹ ਬਾਹਰ ਦੇ ਰੰਗ ਛੱਡ ਦਿੰਦਾ, ਦੇਖਣੇ ਬਾਹਰ ਦੇ ਰੰਗ ਤਮਾਸ਼ੇ 'ਚ। ਜਿਹੜਾ ਕਾਲ ਨੇ ਸਾਰਾ ਇਹ ਖੇਲ ਚਲਾਇਆ ਹੋਇਆ ਨਾ, ਕੋਤਕ ਕਾਲ ਇਹ ਹੁਕਮ ਪਠਾਇਆ, ਜੀ ਜਦ ਉਪਾਏ ਸਮਾਇਆ। ਕਾਲ ਨੂੰ ਹੁਕਮ ਕੀਤਾ ਹੈ ਕਿ ਮਨ ਨੂੰ ਸਕਿੰਟ ਵਿਹਲਾ ਨਹੀਂ ਰਹਿਣ ਦੇਣਾ, ਤੁਸੀਂ ਇਹਨੂੰ ਭਰਮਾ ਕੇ ਰੱਖਣਾ ਆ। ਇਹ ਬਾਹਰ ਦੇ ਕੋਤਕ ਕਰ ਕਰਕੇ ਰੰਗ ਤਮਾਸ਼ਿਆਂ 'ਚ ਇੰਨਾ ਆਪਣਾ ਮਨ ਨੂੰ ਜੋੜ ਲਓ, ਇਹਨੂੰ ਫਸਾ ਲਓ ਆਪਣੇ ਦਾਇਰੇ ਦੇ ਵਿੱਚ। ਤੇ ਨਾਲ ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਗਿਆਨ ਪ੍ਰਾਪਤ ਕਰਦੇ ਆ, ਸਾਨੂੰ ਸੋਝੀ ਦਿੰਦੀ, ਤੇ ਗੁਰੂ ਸਾਹਿਬਾਨ ਫਿਰ ਕਿਰਪਾ ਕਰਦੇ ਨੇ। ਕਹਿੰਦੇ ਇੱਥੇ ਸੁੱਖ ਨਹੀਂ, ਇਹ ਰੰਗ ਤਮਾਸ਼ੇ ਜਿੱਥੇ ਤੁਸੀਂ ਦੇਖੇ, ਜਿੱਥੇ ਜੁੜ ਕੇ ਬੈਠਾ ਤੁਹਾਡਾ ਮਨ, ਇੱਥੋਂ ਬਾਹਰ ਨਿਕਲੋ। ਇਹਨਾਂ ਵਿੱਚ ਤੁਹਾਨੂੰ ਨਾਮ ਵਿਸਰਿਆ ਹੀ ਰਹਿਣਾ, ਇਹਨਾਂ ਨੇ ਨਾਮ ਤੁਹਾਨੂੰ ਚੇਤੇ ਨਹੀਂ ਆਉਣ ਦੇਣਾ। ਤੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ, ਕਹਿੰਦੇ ਕੋਤਕ ਖੇਡ ਤਮਾਸ਼ਿਆਂ ਤੇਰਾ ਚਿੱਤ ਨਾ ਆਵ ਸੁਣਾਓ, ਨਾਨਕ ਕੋੜੀ ਨਰਕ ਬਰਾਬਰ ਹੈ ਉਜੜ ਸੋਈ ਥਾਂ। ਇਹ ਰੰਗ ਤਮਾਸ਼ਿਆਂ ਦੇ ਵਿੱਚ ਕਹਿੰਦੇ ਜਿੱਥੇ ਮਨ ਜੁੜ ਕੇ ਬੈਠਾ ਨਾ, ਕਹਿੰਦੇ ਫਿਰ ਇੱਥੇ ਕੀ ਹੋਊ? ਨਾਮ ਵਿਸਰ ਜਾਂਦਾ ਹੈ, ਤੇ ਨਾਮ ਵਿਸਰ ਮਨ ਕੋੜੀ ਹੋ ਜਾਂਦਾ। ਤੇ ਜਿਹਨੂੰ ਕੋੜ ਪੈ ਜਾਂਦਾ ਉਹਦੇ ਲਾਗੇ ਕੋਈ ਜਾਂਦਾ ਨਹੀਂ। ਤੇ ਏਦਾਂ ਹੀ ਹੈ, ਜਿਹੜਾ ਸਭ ਤੋਂ ਜ਼ਿਆਦਾ ਮਨਮੁਖ ਸੰਸਾਰ ਤੇ ਜੀਵ ਬਣ ਜਾਂਦਾ, ਉਹ ਫਿਰ ਮਨਮੁਖ ਜੀ ਦੇ ਲਾਗੇ ਛੇਤੀ ਕਿਧਰੇ ਕੋਈ ਜਾਂਦਾ ਨਹੀਂ। ਜਿਹੜਾ ਨਿੰਦਿਆ ਕਰਦਾ, ਜਿਹੜਾ ਦੁਬਦਾ ਕਰਦਾ, ਲੜਾਈਆਂ ਝਗੜੇ ਕਰਦਾ, ਈਰਖਾ ਕਰਦਾ, ਬੰਦੇ ਉਹਦੇ ਤੋਂ ਸੁਚੇਤ ਹੀ ਰਹਿੰਦੇ ਨੇ ਸਿਆਣੇ। ਏਦਾਂ ਹੀ ਮਾਰੇ ਕਹਿੰਦੇ ਨੇ ਸਾਨੂੰ ਜਦੋਂ ਗਿਆਨ ਮਿਲ ਜਾਂਦਾ, ਕਹਿੰਦੇ ਨੇ ਤੁਸੀਂ ਪਛਾਣ ਕਰ ਲੈਣੀ ਹੈ ਕਿ ਮਨ ਕੋੜੀ ਕਿਹੜੇ ਨੇ। ਕੋੜੀ ਮਨ ਉਹ ਹੁੰਦੇ ਨੇ
ਜਿਨ੍ਹਾਂ ਨੇ ਆਪਣੇ ਮੁਖ ਦੇ ਵਿੱਚੋਂ ਹਮੇਸ਼ਾ ਵਿਖ ਹੀ ਵਿਚਾਰ ਕੱਢਣੀ ਹੈ, ਮਾੜੇ ਬਚਨ ਬੋਲਣੇ ਨੇ, ਮਾੜੇ ਬਚਨ ਸੁਣਨੇ ਨੇ, ਮਾੜਾ ਦੇਖਣਾ, ਮਾੜਾ ਆਖਣਾ, ਇਹ ਸਮਝ ਲੈਣਾ ਗੁਰਬਾਣੀ ਦੁਆਰਾ ਉਹਨੂੰ ਕੋਹੜੀ ਕਹਿ ਦਿੱਤਾ। ਇਹ ਕੋਹੜ ਹੋ ਚੁੱਕਿਆ, ਇਹਨੂੰ ਕੋਹੜ ਪੈ ਗਿਆ। ਤੇ ਜੇ ਉਹ ਜੀ ਜਿਹਨੂੰ ਕੋਹੜ ਪੈ ਗਿਆ, ਜੇ ਉਹ ਕੋਹੜ ਆਪਣਾ ਠੀਕ ਕਰਾਉਣਾ ਚਾਹੁੰਦਾ ਆ, ਤੇ ਮਹਾਰਾਜ ਕਹਿੰਦੇ ਜੇ ਉਹ ਸੰਗਤ ਵਿੱਚ ਆ ਕੇ ਬਹਿ ਜੇ, ਸ਼ਬਦ ਦਾ ਅਭਿਆਸ ਕਰੇ, ਸਤਿਗੁਰ ਦੀ ਬਾਣੀ ਪੜ੍ਹੇ, ਤੇ ਫਿਰ ਉਹਦਾ ਕੋਹੜ, ਇਹ ਰੋਗ ਸਾਰਾ ਦੂਰ ਹੋ ਜਾਂਦਾ। ਕਿਉਂਕਿ ਜਿਹੜਾ ਆਪਣਾ ਮਾਤਾ ਪਿਤਾ ਹੈ, ਜਿਹੜਾ ਗੁਰੂ ਹੈ, ਉਹ ਪੂਰਾ ਜੇ, ਉਹ ਪੂਰਾ ਵੈਦ ਜੇ, ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਤੇ ਉਹ ਫਿਰ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਉਹਨਾਂ ਦੇ ਸਾਰੇ ਰੋਗ ਕੱਟ ਦਿੰਦਾ ਹੈ। ਇਹ ਤੇ ਤਨ ਦੇ ਰੋਗ, ਇਹ ਮਨ ਦੇ ਰੋਗ, ਇਹ ਜਮਾਂ ਦੀ ਜਿਹੜੀ ਮਾਰ ਪੈਣੀ ਹੁੰਦੀ ਹੈ ਨਾਮ ਵਿਸਾਰ ਕੇ, ਮਹਾਰਾਜ ਕਹਿੰਦੇ ਸਭ ਕੁਝ ਖਤਮ ਕਰ ਦਿੰਦਾ। ਮੇਰਾ ਵੈਦ ਗੁਟ ਗੋਬਿੰਦਾ, ਹਰ ਹਰ ਨਾਮ ਅਬ ਖੁਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਐਸਾ ਵੈਦ ਆ ਕਿ ਉਹਦੇ ਕੋਲ ਹਰੇਕ ਰੋਗ ਦਾ ਇਲਾਜ ਹੈ, ਹਰੇਕ ਰੋਗ ਦਾ ਦਾਰੂ। ਪਰ ਜੇ ਕੋਈ ਦਾਰੂ ਮੰਗੇ ਤੇ ਦਿੰਦਾ, ਤਾਂ ਜਿਹੜਾ ਚਾਹੁੰਦਾ ਹੀ ਨਹੀਂ ਕਿ ਮੇਰਾ ਰੋਗ ਠੀਕ ਹੋਵੇ, ਜਿਹੜਾ ਚਾਹੁੰਦਾ ਹੀ ਨਹੀਂ ਕਿ ਮੈਨੂੰ ਜਮਾਂ ਦੀ ਮਾਰ ਨਾ ਪਵੇ, ਤੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ, ਫਿਰ ਉਹਨਾਂ ਨੇ ਅੱਗੇ ਜਾ ਕੇ ਪਛਤਾਣਾ ਹੁੰਦਾ ਹੈ। ਉਹਨਾਂ ਨੂੰ ਅੱਗੇ ਜਾ ਕੇ ਪਤਾ ਲੱਗਦਾ ਬਾਅਦ ਵਿੱਚ ਕਿ ਉਹ ਭਾਣਾ ਕੀ ਵਾਪਰਦਾ। ਹੁਣ ਤੇ ਆਪਾਂ ਮੋਜਾਂ ਮਾਣਦੇ ਹਾਂ, ਆਨੰਦ ਮਾਣਦੇ ਹਾਂ, ਇੱਥੇ ਸੁੱਖ ਮਾਣਦੇ ਹਾਂ, ਤ੍ਰੈ ਗੁਣਾਂ ਵਿੱਚ, ਦ੍ਰਿਸ਼ਟ ਮਾਣ ਦੇ ਵਿੱਚ, ਤਨ ਦੇ ਵਿੱਚ ਆ ਕੇ। ਤੇ ਜਦੋਂ ਕਹਿੰਦੇ ਇਹੀ ਮਨ ਜਿਹੜਾ ਸਾਰੀ ਉਮਰ ਇਹਨੇ ਵਿਕਾਰ ਕਮਾਏ ਹੁੰਦੇ ਨੇ, ਕੱਚੇ ਧਨ ਦਾ ਵਪਾਰ ਕੀਤਾ ਹੁੰਦਾ, ਸ਼ਬਦ ਦੀ ਕਮਾਈ ਨਹੀਂ ਕੀਤੀ ਹੁੰਦੀ, ਤੇ ਫਿਰ ਅੰਤ ਵੇਲੇ ਪਛਤਾਉਂਦਾ ਜੀ। ਤੇ ਉਹ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ, ਕਹਿੰਦੇ ਤੁਸੀਂ ਇਹੋ ਜਿਹਾ ਕੰਮ ਹੀ ਨਾ ਕਰੋ ਜਿਹਦੇ ਕਰਕੇ ਤੁਹਾਨੂੰ ਪਛਤਾਣਾ ਪੈ ਜੇ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਅਸਲੀ ਸੋਭਾ, ਅਸਲਾ ਕਰਮ ਜਿਹੜਾ ਕਰਨਾ ਹੈ, ਉਹ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਹਦਾ ਗਿਆਨ ਲੈ ਕੇ ਆਪਾਂ ਤਰਨਾ ਜੇ। ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਜਦੋਂ ਪੂਰੇ ਗੁਰੂ ਦਾ ਆਪਾਂ ਇਹ ਮੰਤਰ ਕਮਾਉਂਦੇ ਆ, ਸ਼ਬਦ ਨਿਰਮਲ ਜੇ, ਇਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਤਾਂ ਮਹਾਰਾਜ ਗੁਰੂ ਆਪਾਂ ਨੂੰ ਸਮਝਾਉਂਦੇ ਨੇ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜਿਹੜੇ ਗੁਰੂ ਦੇ ਨਾਲ ਰਹਿੰਦੇ ਨੇ, ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ, ਭਾਣੇ ਵਿੱਚ ਰਹਿੰਦੇ, ਮਹਾਰਾਜ ਕਹਿੰਦੇ ਉਹਨਾਂ ਦਾ ਮਨ ਹੀ ਨਿਰਮਲ ਰਹਿੰਦਾ। ਹੁਣ ਆਮ ਤੌਰ ਤੇ ਆਪਾਂ ਕਿਧਰੇ ਉਦਾਹਰਨ ਦਿੱਤੀ ਗੁਰਬਾਣੀ ਦੇ ਵਿੱਚ ਕਿ ਚੰਦਨ ਦੀ ਲੱਕੜੀ ਦੀ ਖੁਸ਼ਬੂ ਬਹੁਤ ਹੁੰਦੀ, ਤੇ ਜੇ ਉਹਦੇ ਨਾਲ ਲੱਕੜੀਆਂ ਹੋਰ ਮਿਲ ਜਾਣ ਤੇ ਉਹਨਾਂ ਚੋਂ ਵੀ ਫਿਰ ਚੰਦਨ ਦੀ ਲੱਕੜੀ ਦੀ ਖੁਸ਼ਬੂ ਆਉਂਦੀ ਜੇ। ਤੇ ਏਦਾਂ ਹੀ ਗੁਰਮੁਖੋ, ਜਦੋਂ ਆਪਾਂ ਸੰਗਤ ਵਿੱਚ ਆ ਕੇ ਬਹਿੰਦੇ ਆ, ਤੇ ਇੱਥੇ ਫਿਰ ਸਾਰਾ ਸੰਗਤ ਨੂੰ ਰੰਗ ਲੱਗਾ ਹੁੰਦਾ ਹੈ। ਸਾਡਾ ਮਨ ਜਦੋਂ ਜਾ ਕੇ ਉੱਥੇ ਬਹਿੰਦਾ, ਇਹਨੂੰ ਵੀ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ, ਤੇ ਫਿਰ ਇਹਦਾ ਵੀ ਮੁੱਲ ਪੈਣਾ ਸ਼ੁਰੂ ਹੋ ਜਾਂਦਾ। ਜਿਹੜਾ ਸਾਡਾ ਕੋਡੀ ਦਾ ਭਾਅ ਨਹੀਂ ਪੈਂਦਾ ਨਾ, ਜਿਹੜਾ ਆਪਾਂ ਗੁਣ ਵਿਸਾਰ ਕੇ, ਨਾਮ ਵਿਸਾਰ ਕੇ, ਤ੍ਰੈ ਗੁਣਾਂ ਵਿੱਚ ਵਿਚਰਦੇ ਆ, ਸਾਡਾ ਮਨ ਇੱਥੇ ਸੁੱਤਾ ਰਹਿੰਦਾ ਆ। ਮਹਾਰਾਜ ਕਹਿੰਦੇ ਜਦੋਂ ਇਹ ਸੰਗਤ ਵਿੱਚ ਆਉਂਦਾ ਆ, ਤੇ ਮਹਾਰਾਜ ਇਹਦੇ ਸਾਰੇ ਦੁੱਖ ਕਲੇਸ਼ ਪਾਰੇ ਖੰਡਨ ਕਰ ਦਿੰਦਾ, ਖਤਮ ਕਰ ਦਿੰਦਾ ਇੱਕ ਵਾਰੀ। ਜੋ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਸਾਧ ਸੰਗਤ ਕਰ ਮੁਕਤ ਭਏ, ਤਿਨ ਕੇ ਔਗਣ ਸਭ ਹਰਿਆ, ਤਿਨ ਕੋ ਦੇਖ ਭਏ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਉਹ ਜੀ ਤਰ ਜਾਂਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ। ਉਹਨਾਂ ਨੂੰ ਵੀ ਫਿਰ ਮਹਾਰਾਜ ਨੇ ਕਿਹਾ ਹੈ ਕਿ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਭੇਦ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਸੰਸਾਰ ਦਾ। ਕਿਉਂਕਿ ਮਹਾਰਾਜ ਨੇ ਤਾਂ ਸਾਨੂੰ ਸੁਚੇਤ ਕਰੀ ਜਾਣਾ ਹੈ ਕਿ ਜਿਹੜਾ ਦੇਖੋ ਸੰਸਾਰ ਤੁਸੀਂ ਦੇਖ ਰਹੇ ਹੋ, ਜਿੱਥੇ ਤੁਸੀਂ ਲਗਾ ਲਾ ਕੇ ਬੈਠੇ ਹੋ, ਇਹ ਸੰਸਾਰ ਦੇ ਤੁਸੀਂ ਪ੍ਰਾਹੁਣੇ ਬਣ ਕੇ ਆਏ ਜੇ। ਤੇ ਪ੍ਰਾਹੁਣੇ ਦਾ ਕੰਮ ਹੁੰਦਾ ਹੈ ਆਪਣਾ ਕੰਮ ਕੀਤਾ ਤੇ ਆਪਦੇ ਘਰ ਵਾਪਸ। ਜਿਵੇਂ ਆਪਾਂ ਕਿਸੇ ਘਰ ਪ੍ਰਾਹੁਣੇ ਚਲੇ ਜਾਈਏ ਤੇ ਉੱਥੇ ਆਪਾਂ ਕੋਈ ਸੰਦੇਸ਼ ਲੈਣ ਜਾਂਦੇ, ਕਿਸੇ ਕੰਮ ਨੂੰ ਜਾਂਦੇ ਆ, ਤੇ ਅਗਲੇ ਦਿਨ ਆਪਾਂ ਸੁਬਾਹ ਉੱਠ ਕੇ ਆਪਦੇ ਘਰ ਵਾਪਸ ਆ ਜਾਂਦੇ। ਇਸੇ ਤਰ੍ਹਾਂ ਕਹਿੰਦੇ ਨੇ ਸੰਸਾਰ ਜਿਹੜਾ ਹੈ
ਇਹ ਪਰਾਇਆ ਘਰ ਹੈ, ਇੱਥੇ ਤੁਸੀਂ ਮਹਿਮਾਨ ਬਣ ਕੇ ਆਉਂਦੇ ਹੋ, ਪ੍ਰਾਹੁਣੇ ਬਣ ਕੇ ਆਉਂਦੇ ਹੋ। ਤੁਸੀਂ ਪ੍ਰਾਹੁਣਾ ਜਿਹੜਾ ਆਇਆ, ਇਹ ਮਨ ਸਾਡਾ ਇੱਥੇ ਬਣ ਕੇ ਇਹ ਲਾਹਾ ਲੈਣ ਵਾਸਤੇ ਆਇਆ ਹੈ, ਇਹ ਵਪਾਰ ਕਰਨ ਵਾਸਤੇ ਆਇਆ, ਇਹ ਸ਼ਬਦ ਦੀ ਕਮਾਈ ਕਰਨ ਵਾਸਤੇ ਆਇਆ, ਇਹਨੇ ਜੀਵਨ ਸਫਲਾ ਕਰਨਾ, ਮਿਲਾਪ ਕਰਨਾ ਜੀ। ਇੱਥੇ ਕੀ ਕਰਦਾ ਮਨ ਸਾਡਾ, ਇਸ ਚੀਜ਼ ਨੂੰ ਵਿਸਾਰ ਕੇ ਤੇ ਗ੍ਰਸਤ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਪਿਆਰ ਪਾ ਲੈਂਦਾ, ਮੋਹ ਪਾ ਲੈਂਦਾ। ਇਹ ਮੋਹ ਵਿੱਚੋਂ ਨਿਕਲਿਆ ਨਹੀਂ ਜਾਂਦਾ। ਫਿਰ ਤਾਂ ਹੀ ਮਹਾਰਾਜ ਆਪਾਂ ਨੂੰ ਗੁਰਬਾਣੀ 'ਚ ਸਮਝਾਉਂਦੇ ਨੇ, ਤਿਤ ਸਰਵੜੇ ਭਈ ਲੈਣ ਵਾਸਾ ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੁੱਬ ਜਲੇ, ਮਨ ਏਕ ਨਾ ਚੇਤਸ ਮੂੜ ਬਣਾ ਹਰ ਬਿਸਰ ਤੇਰੇ ਗੁਣ ਗਲਿਆ। ਇੱਥੇ ਸੰਸਾਰ ਦੇ ਜਦੋਂ ਮਾਲਕ ਸਾਨੂੰ ਭੇਜਦਾ ਤੇ ਉਹ ਸਮਝਾਉਂਦਾ, ਕਹਿੰਦੇ ਇੱਥੇ ਜੱਗ ਦੇ ਉੱਪਰ ਮੈਂ ਬੜੇ ਦੇਖੇ ਨੇ ਖੇਲ ਖੇਡਣ ਵਾਸਤੇ ਗਏ ਨੇ, ਪਰ ਵਿਰਲਾ ਹੀ ਇੱਥੋਂ ਕੋਈ ਨਿਕਲਿਆ, ਕਿਉਂਕਿ ਇਹ ਦਲਦਲ ਆ ਮਾਇਆ ਦੀ। ਤੇ ਇੱਥੋਂ ਹੀ ਮਹਾਰਾਜ ਕਹਿੰਦੇ ਨੇ, ਫਿਰ ਤੂੰ ਕਿਹੜੇ ਹੰਕਾਰ ਵਿੱਚ ਬੈਠਾ ਆ? ਜੈਸੇ ਰਹਿਣ ਪਰਾਹੁਣੇ ਉੱਠ ਚਲਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਿਓ ਸਭ ਫੁੱਲਾਂ ਕੀ ਬਾਗਾਤ। ਤੇ ਜਿਨ੍ਹਾਂ ਨੂੰ ਤੂੰ ਆਪਣਾ ਸਮਝੀ ਜਾਂਦਾ, ਇਹ ਧੀ ਮੇਰਾ, ਪੁੱਤ ਮੇਰਾ, ਘਰ ਮੇਰਾ, ਜ਼ਮੀਨ ਮੇਰੀ, ਜਾਇਦਾਦ ਮੇਰੀ, ਘਰ-ਬਾਰ ਮੇਰਾ, ਤੇ ਮਹਾਰਾਜ ਕਹਿੰਦੇ ਤੈਨੂੰ ਮਿਲਿਆ ਤੇ 80 ਲੱਖ ਜੂਨਾਂ ਤੋਂ ਬਾਅਦ ਮਾਨਸ ਜਾਮਾ ਆ, ਇਹ ਤੇ ਕਿਉਂ ਵਿਸਾਰ ਰਿਹਾ, ਕਿਉਂ ਹੰਕਾਰ ਵਿੱਚ ਇੱਥੇ ਚੱਲ ਰਿਹਾ? ਉਹ ਦਿਨ, ਉਹ ਵਕਤ ਭੁੱਲ ਗਿਆ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲੜ ਕੇ ਅਰਦਾਸ ਬੇਨਤੀਆਂ ਕਰਦਾ ਸੀ, ਤੇ ਤੇਰੀ ਰੱਖਿਆ ਉਹਨੇ ਉੱਥੇ ਕੀਤੀ ਆ। ਤੇ ਹੁਣ ਤੂੰ ਹੰਕਾਰ ਵਿੱਚ ਫੁੱਲਿਆ ਸਮਾਉਂਦਾ ਨਹੀਂ, ਕਿਸੇ ਨੂੰ ਸਮਝਦਾ ਹੀ ਨਹੀਂ ਕੁਛ। ਕਿਉਂਕਿ ਸੰਸਾਰ ਵਿੱਚ ਜਦੋਂ ਇਨਸਾਨ ਦੇ ਕੋਲ ਧਨ ਦੌਲਤ ਜ਼ਿਆਦਾ ਆ ਜਾਂਦੀ, ਸੁੱਖ ਜ਼ਿਆਦਾ ਸੰਸਾਰ ਤੇ ਆ ਜਾਂਦੇ ਨੇ, ਉਹ ਕਿਸੇ ਨੂੰ ਨਹੀਂ ਮੰਨਦਾ, ਕਦੀ ਪਰਵਾਹ ਕਰਦਾ। ਉਹ ਗੁਣ ਉਦੋਂ ਹੀ ਗਾਉਂਦਾ ਜਦੋਂ ਉਹਨੂੰ ਦੁੱਖ ਆਉਂਦਾ। ਤੇ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ, ਕਹਿੰਦੇ ਨੇ ਕਿ ਇਹ ਜਦੋਂ ਦੁੱਖ ਆਉਣ ਵੇਲੇ ਕਹਿੰਦੇ ਤੁਸੀਂ ਉਹਨੂੰ ਸਿਮਰਨਾ, ਤੇ ਤੁਸੀਂ ਉਹਨੂੰ ਪਹਿਲੇ ਕਿਉਂ ਨਹੀਂ ਸਿਮਰਨ ਲੈਂਦੇ ਕਿ ਤੁਹਾਨੂੰ ਦੁੱਖ ਆਵੇ ਹੀ ਨਾ। ਤੇ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰਬਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ 84 ਭਰਮ ਧਿਆ ਦੁਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓ ਏ। ਕਿ ਤੂੰ ਨਾਮ ਦੀ ਖੋਜ ਕਰ, ਨਾਮ ਦੇ ਨਾਲ ਪਿਆਰ ਪਾ, ਨਾਮ ਦੀ ਸ਼ਬਦ ਦੀ ਕਮਾਈ ਕਰ, ਤਾਂ ਕਿ ਤੇਰੇ ਨਾਲ ਇਹ ਜਾਵੇ। ਕਿਉਂਕਿ ਸਮਾਂ ਘਟਦਾ ਜਾਂਦਾ ਪਿਆ। ਜਿਹੜਾ ਕਰਜ਼ ਲੈ ਕੇ ਆਏ ਆ, ਜਿਹੜਾ ਉਹਦੇ ਕੋਲ ਮੌਕਾ ਲੈ ਕੇ ਆਇਆ, ਇਹਨੂੰ ਐਵੇਂ ਨਾ ਸਜਾ ਕੇ ਚਲੇ ਜਾਈਏ, ਨਹੀਂ ਤੇ ਫਿਰ ਕੋਈ ਮੁੱਲ ਨਹੀਂ ਪੈਂਦਾ। ਜਿਹੜਾ ਆਪਾਂ ਸੰਸਾਰ ਦੇ ਵਿਚਾਰਾਂ ਦੇ ਵਿੱਚ ਮਨ ਨੂੰ ਜਾ ਕੇ ਚੱਲੀ ਫਿਰਦੇ ਜਾਂਦੇ ਹਾਂ, ਮਹਾਰਾਜ ਕਹਿੰਦੇ ਦੇਖਦੇ ਨਾ ਕਿ ਜਿਵੇਂ ਮੰਡੀ ਦੇ ਵਿੱਚ ਆਪਾਂ ਝੋਨਾ ਲੈ ਜਾਈਏ, ਝੋਨੇ ਦਾ ਤੇ ਮੁੱਲ ਪੈ ਜਾਂਦਾ, ਤੇ ਜੇ ਮੰਡੀ ਦੇ ਵਿੱਚ ਪਰਾਲੀ ਲੈ ਜਾਈਏ ਉਹਦਾ ਕੋਈ ਮੁੱਲ ਨਹੀਂ ਕਹਿੰਦੇ। ਇਸ ਵੇਲੇ ਕਹਿੰਦੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ, ਕਹਿੰਦੇ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜ ਬਾਦ ਬਖਾਣਾ ਸਿਰ ਮਾਰੇ ਜਮਕਾਲਾ, ਤਤ ਨਾ ਚੀਨਾ ਬੰਨ ਪੰਡ ਪਰਾਲਾ। ਜਿਹੜਾ ਤਤ ਹੈ ਉਹਦੀ ਖੋਜ ਨਹੀਂ ਕਰਦੇ, ਤੇ ਕਹਿੰਦੇ ਨੇ ਪਰਾਲੀ ਬੰਨ ਕੇ ਤੇ ਆਪਾਂ ਲੈ ਜਾਣੇ, ਕਹਿੰਦੇ ਦਾ ਫਿਰ ਮੁੱਲ ਨਹੀਂ ਪੈਂਦਾ। ਤੇ ਹੁਣ ਤੇ ਆਪਾਂ ਇੱਥੇ ਖਾ ਲਿਆ, ਸੌ ਲਿਆ, ਪਹਿਨ ਲਿਆ, ਹੰਢਾ ਲਿਆ, ਇੱਥੇ ਜੁੜੇ ਆ। ਇੱਥੋਂ ਜੁੜਿਆ ਹੋਇਆ ਨੂੰ ਸਾਨੂੰ ਫਿਰ ਇੱਥੋਂ ਜਗਾਉਂਦੇ ਨੇ, ਕਹਿੰਦੇ ਰਾਤ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਚਿੰਤਾ ਤੇ ਸਾਨੂੰ ਇੱਧਰ ਦੀ ਬੜੀ ਰਹਿੰਦੀ, ਮਾਇਆ ਦੇ ਘਰ ਦੀ। ਆਪਣੇ ਘਰ ਦੀ ਚਿੰਤਾ ਨਹੀਂ, ਜਿਹੜੇ ਘਰ ਦੇ ਵਿੱਚ ਜਾ ਕੇ ਸੁੱਖ ਮਾਣਨਾ ਜੇ, ਜਿੱਥੇ ਜਾ ਕੇ ਲਾਹਾ ਲੈਣਾ ਜੇ, ਜਿੱਥੇ ਜਾ ਕੇ ਆਨੰਦ ਲੈਣਾ ਜੇ, ਜਿੱਥੇ ਜਾ ਕੇ ਸਾਨੂੰ ਸੋਭਾ ਮਿਲਣੀ ਹੈ, ਵਡਿਆਈ ਮਿਲਣੀ ਹੈ, ਸਾਡਾ ਮੁੱਖ ਉਜਲਾ ਹੋਣਾ ਹੈ, ਸਾਨੂੰ ਆਦਰ ਸਤਿਕਾਰ ਮਿਲਣਾ ਹੈ, ਉੱਥੇ ਨਹੀਂ ਆਪਾਂ ਜਾਣ ਦਾ ਕੋਈ ਚਿੰਤਾ ਕਰਦੇ। ਤੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਫਿਰ ਕਹਿੰਦੇ ਸੇਵਾ ਕਰਾਂਗੇ ਤੇ ਫੇਰ ਹੀ ਕਿਰਪਾ ਹੋਏਗੀ, ਫੇਰ ਹੀ ਸਾਧ ਆਏਗਾ, ਫੇਰ ਹੀ ਰਸ ਆਏਗਾ, ਫੇਰ ਹੀ ਸਾਨੂੰ ਭੇਦ ਮਿਲੇਗਾ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸਬਦੇ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਤੇ ਆਪਣਾ ਆਪ ਕਿੱਦਾਂ ਗਵਾਇਆ ਜਾਂਦਾ, ਆਪਣਾ ਆਪ ਕਿੱਦਾਂ ਛੱਡਿਆ ਜਾਂਦਾ ਆ? ਉਹਦੇ ਅੰਨ ਦਿਨ ਰਾਤ ਦਿਨ ਗੁਣ ਗਾਣੇ ਪੈਂਦੇ ਨੇ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ। ਤੇ ਸਤਿਗੁਰੂ ਕਿਰਪਾ ਕਰਦੇ, ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ, ਅੰਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰ ਕੇ ਸ਼ਬਦ ਸਹਾਇਆ। ਉਹ ਮਾਲਕ ਦੇ ਕਹਿੰਦੇ ਅੰਨ ਦਿਨ ਸਿਮਰਨ ਕਰਨ ਦਾ ਕੋਈ ਟਾਈਮ ਨਹੀਂ।
ਰਾਤ ਦਿਨ ਨਹੀਂ, ਬਸ ਲੱਗੇ ਰਹਿਣਾ ਹੁੰਦਾ। ਜੇ ਵੇਲੇ ਵਿੱਚ ਪੈ ਗਏ, ਟਾਈਮ ਬੰਦੀ ਤੇ ਚਲੇ ਗਏ ਤੇ ਮਹਾਰਾਜ ਕਹਿੰਦੇ ਫਿਰ ਭਗਤੀ ਕਿਹੜੇ ਵੇਲੇ ਕਰਾਂਗੇ। ਜੇ ਵੇਲਾ ਵਕਤ ਵਿਚਾਰੀਏ ਕਿ ਤਵੇਲਾ ਭਗਤ ਹੋਏ। ਜੇ ਵਕਤ ਵਿੱਚ ਪੈ ਗਏ ਤੇ ਵਕਤ ਵਿੱਚ ਕੀ ਹੁੰਦਾ, ਕਾਲ ਹੀ ਹੈ। ਇਹ ਸਮਾਂ ਜਿਹੜਾ ਹੈ ਕਾਲ ਨੂੰ ਕਹਿ ਦਿੱਤਾ ਤੇ ਜੇ ਵੱਧ ਗਏ ਤੇ ਮਹਾਰਾਜ ਕਹਿੰਦੇ ਫਿਰ ਤੇ ਧਿਆਨ ਹੀ ਸਮੇਂ ਵੱਲ ਰਹੇਗਾ। ਇਸ ਕਰਕੇ ਸਮੇਂ ਨੂੰ ਛੱਡ ਕੇ ਸਮੇਂ ਬਾਹਰ ਹੋ ਜਾਓ ਤੇ ਕਹਿੰਦੇ ਰਾਤ ਦਿਨ ਲੱਗੇ ਰਹੋ ਤੇ ਕਿਰਪਾ ਰਹੇਗੀ, ਕਹਿੰਦੇ ਸਦਾ ਹੀ ਬਣੀ ਰਹੇਗੀ ਕਿਰਪਾ। ਫਿਰ ਤੁਹਾਡਾ ਮਨ ਜਾਗੇਗਾ, ਅੰਦਰੋਂ ਹਉਮੈ ਖਤਮ ਹੋ ਜਾਏਗੀ ਤੇ ਉਹਦੀ ਕਿਰਪਾ ਹੋ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਜਾਗਤ ਰਹਿ ਤਿਨੀ ਪ੍ਰਭ ਪਾਇਆ, ਸਬਦੈ ਹਉਮੈ ਮਾਰੀ, ਗਿਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਇਹ ਗਿਆਨ ਜਿਹੜਾ ਸਾਨੂੰ ਮਿਲ ਗਿਆ ਮਹਾਰਾਜ ਦੀ ਬਾਣੀ ਦਾ, ਇਹਦੇ ਵਿੱਚ ਸਾਨੂੰ ਗਿਆਨ ਦੇਤਾ, ਤਤ ਦੀ ਪਛਾਣ ਕਰ ਲੈਂਦੇ ਆ, ਉਹ ਨਾਮ ਦੀ, ਉਹ ਸੱਚ ਦੀ, ਤੇ ਫਿਰ ਸਦਾ ਸੁੱਖ ਮਾਣਦੇ ਆ। ਉਹ ਮਾਲਕ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਆ। ਫਿਰ ਉੱਠਦੇ ਆ ਬਹਿੰਦਿਆਂ ਵਿਸਰਦਾ ਨਹੀਂ, ਫਿਰ ਮਨ ਸਾਡਾ ਸੰਤ ਪਦ ਤੇ ਚਲਾ ਜਾਂਦਾ, ਸੰਤ ਅਵਸਥਾ ਵਿੱਚ ਚਲਾ ਜਾਂਦਾ। ਜੋ ਸਾਸ ਗਿਰਾਸ ਜਿਹੜੇ ਜਪਦੇ ਨੇ, ਗੁਣ ਗਾਉਂਦੇ ਨੇ, ਤੇ ਉਹਨਾਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਿਰਪਾ ਕਰ, ਜਿਹਨੇ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸੋਈ ਨਾਨਕਾ, ਪੂਰਨ ਸੋਈ ਸੰਤ। ਤੇ ਜਿਹੜਾ ਸਾਡਾ ਮਨ ਆ ਫਿਰ ਸੰਤ ਬਣ ਜਾਂਦਾ ਹੈ, ਤੇ ਸੰਤ ਬਣ ਕੇ ਫਿਰ ਉਹਦੀ ਇੱਥੇ ਸਿਫਤ ਸਲਾਹ ਕਰਦਾ ਰਹਿੰਦਾ ਹੈ, ਚਾਕਰ ਬਣ ਕੇ ਸਿਫਤ ਸਲਾਹ ਕਰਦਾ ਹੈ। ਮਹਾਰਾਜ ਨੇ ਜਿੰਨਾ ਸਾਡਾ ਅਸੀਂ ਲੇਖਾ ਜੂਖਾ ਲੈ ਗਏ ਉਹਦੇ ਸਾਰਾ ਫਾੜ ਦਿੰਦਾ, ਖਤਮ ਕਰ ਦਿੰਦਾ। ਤਾਂ ਹੀ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਹਰ ਦਰ ਸੇਵੇ ਅਲਖ ਭੇਵੇ, ਨਿਚਲ ਆਸਣ ਪਾਇਆ, ਜਨਮ ਨਾ ਮਰਨਾ ਆਵਨ ਨਾ ਜਾਣਾ, ਸੰਸਾ ਦੂ। ਜੇ ਦਰ ਤੇ ਬੈਠ ਕੇ, ਸੰਗਤ ਵਿੱਚ ਬੈਠ ਕੇ ਸ਼ਬਦ ਦਾ ਅਭਿਆਸ ਜੀ, ਇਹ ਸੇਵਾ ਫਿਰ ਸਾਨੂੰ ਮੁਕਤ ਕਰਾ ਦਿੰਦੀ ਹੈ। ਇਹ 3 ਗੁਣਾ ਤੋਂ, 84 ਲੱਖ ਜੂਨਾਂ ਤੋਂ, ਇਹ ਕਰਜ਼ ਤੋਂ। ਤਾਂ ਹੀ ਸਮਝਾਉਂਦੇ, ਚਿੱਤਰ ਗੁਪਤ ਕਾ ਕਾਗਜ਼ ਫਾਰਿਆ, ਜਨਮ ਦੂਤਾ ਕੁਛ ਨਾ ਚੱਲੀ, ਨਾਨਕ ਸਿੱਖਦੇ ਮਨ ਪ੍ਰੀਤਮ, ਹਰ ਲੱਦੈ ਪੇਖ ਸਵੱਲੀ। ਆਹ ਸਵੱਲੀ ਜਿਹੜੀ ਆਪਾਂ ਨਾਮ ਧਨ ਦੀ ਕਮਾਈ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਕਹਿੰਦੇ ਇਹੀ ਨਾਲ ਜਾਣਾ ਜੀ। ਇਹਨੇ ਤੁਹਾਨੂੰ ਅੱਗੇ ਕਹਿੰਦੇ ਸੋਭਾ ਦਵਾਣੀ, ਇਹਨੇ ਤੁਹਾਨੂੰ ਘਰ ਦੇ ਵਿੱਚ ਜਗ੍ਹਾ ਦਵਾਣੀ। ਤੇ ਜਿਹੜਾ ਮਨਮੁਖ ਜੀਏ ਕਹਿੰਦੇ ਉਹਦੇ ਨਾਮ ਜਪਦਾ, ਉਹ ਮਨ ਨੂੰ ਤਾਂ ਕਹਿੰਦੇ 10 ਦਿਸ਼ਾਵਾਂ ਵਿੱਚ ਭੱਜਿਆ ਹੀ ਫਿਰਦਾ ਰਹਿੰਦਾ ਆ। ਇਹ ਮਨੁਆ ਦਹਿ ਦਿਸ ਧਾਮ ਦਾ, ਦੂਜੇ ਭਾਏ ਖਵਾਇਆ, ਮਨਮੁਖ ਮੁਕਤ ਹਰ ਨਾਮ ਨਾ ਚੇਤੇ, ਬਿਰਥਾ ਜਨਮ ਗਵਾਇਆ। ਉਹ ਜਨਮ ਗਵਾ ਕੇ ਚਲੇ ਜਾ, ਜਨਮ ਗਵਾਉਣ ਵਾਸਤੇ ਪਿਆਰੇ ਆਪਾਂ ਸੰਸਾਰ ਤੇ ਨਹੀਂ ਆਏ, ਜਨਮ ਦਾ ਲਾਹਾ ਲੈਣ ਵਾਸਤੇ ਆਪਾਂ ਆਏ। ਤੇ ਲਾਹਾ ਇਸ ਤਰੀਕੇ ਨਾਲ ਲਿੱਤਾ ਜਾਂਦਾ ਹੈ, ਵੱਧ ਤੋਂ ਵੱਧ ਜਦੋਂ ਆਪਾਂ ਸੰਗਤ ਕਰਦੇ ਆ, ਬਾਣੀ ਪੜ੍ਹਦੇ ਆ, ਆਪ ਜਪਦੇ ਆ, ਦੂਸਰਿਆਂ ਨੂੰ ਜਪਾਉਂਦੇ ਆ, ਫਿਰ ਇਹ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਜੋ ਸਾਡੇ ਮਨ ਦੀ ਖੁਰਾਕ ਹੈ ਉਹ ਮਿਲਣੀ ਸ਼ੁਰੂ ਹੋ ਜਾਂਦੀ। ਤੇ ਇਹਦੇ ਨਾਲ ਆਪਾਂ ਕੀ ਕਰਦੇ ਆ, ਜੀਵਨ ਦਾ ਲਾਹਾ ਲੈ ਕੇ ਆਪਦੇ ਘਰ ਚਲੇ ਜਾਂਦੇ ਆ। ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ, ਕਿਉਂ ਸਾਸ ਗਿਰਾਸ ਵਿਚਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਕਹਿੰਦੇ ਮਨ ਵਿੱਚ ਇਹ ਦ੍ਰਿੜਤਾ ਬਣੇਗੀ, ਇਹ ਦ੍ਰਿੜ ਹੋ ਜਾਏਗਾ, ਸਾਡੇ ਮਨ ਦੇ ਅੰਦਰ ਇਹ ਵਸ ਜਾਏਗਾ ਸ਼ਬਦ। ਜਦੋਂ ਉੱਠਦਿਆਂ ਬਹਿੰਦਿਆਂ ਵੀ ਆਪਾਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਫਿਰ ਇਹ ਮਨ ਵਸ ਵਿੱਚ ਆ ਜਾਂਦਾ ਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ। ਹੁਣ ਗੁਰਮੁਖ ਪਿਆਰਿਓ, ਗੁਰਮੁਖਾਂ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ, ਤੇ ਕਲਯੁਗ ਦੇ ਸਮੇਂ ਦੇ ਵਿੱਚ ਗੁਰਮੁਖਾਂ ਪਿਆਰਿਆਂ ਨੂੰ ਸੰਸਾਰ ਤੇ ਦੇਖੋ ਗਿਆਨ ਦੇ ਕੇ ਬਖਸ਼ਿਸ਼ ਕਰਕੇ ਭੇਜਿਆ। ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਜੀ, ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਖੋਜ ਕੇ ਆਪ ਲਾਹਾ ਲਿਆ ਤੇ ਸੰਗਤਾਂ ਨੂੰ ਇਹ ਸਾਰਾ ਸਰਲ ਗੋਤਰਾ ਜੋ ਅੰਮ੍ਰਿਤਮਈ ਬਾਣੀ ਦਾ ਗਿਆਨ ਹੈ ਸਰਲਤਾ ਵਿੱਚ ਸਮਝਣ ਗੋਚਰਾ ਕਰਾਇਆ ਹੈ। ਧੰਨਵਾਦ ਕਰਦੇ ਹਾਂ ਅਸੀਂ ਗੁਰਮੁਖਾਂ ਪਿਆਰਿਆਂ ਦਾ, ਸਤਿਗੁਰ ਦੀ ਬਾਣੀ ਦਾ। ਤੇ ਜੋ ਗੁਰਮੁਖ ਪਿਆਰੇ ਹੁਣ ਸੇਵਾ ਨਿਭਾ ਭਾਈ ਸਾਹਿਬ ਭਾਈ ਦਲਵੀਰ ਸਿੰਘ ਧਰਮਾਲਾ ਜੀ, ਸੋ ਇਸ ਕਰਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, 30 ਤਰੀਕ ਨੂੰ ਆਪਣਾ ਸਮਾਗਮ ਆ ਰਿਹਾ ਹੈ ਬੰਦੀ ਛੋੜ ਦਿਵਸ, ਜੋ ਇੱਕ ਦਿਨ ਦਾ ਸਾਡਾ ਹਰ ਸਾਲ ਦਾ ਬਹੁਤ ਵੱਡਾ ਸਮਾਗਮ ਉੱਥੇ ਚੱਲਦਾ ਹੈ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਵਿਖੇ। ਸੋ ਜਿੰਨੇ ਵੀ ਗੁਰਮੁਖ ਪਿਆਰੇ ਹਨ ਸਾਰੇ ਹੀ ਲਗਾਤਾਰ ਆਪਾਂ ਇਸੇ ਤਰ੍ਹਾਂ ਸ਼ਬਦ ਦੀ ਕਮਾਈ ਕਰੀਏ, ਅਭਿਆਸ ਕਰੀਏ ਤੇ ਹੋਰ ਸੰਗਤਾਂ ਨੂੰ ਪ੍ਰੇਰੀਏ ਕਿ ਜਿਹੜੇ ਜੀ
ਉੱਥੇ ਪਹੁੰਚ ਸਕਦੇ ਨੇ। ਆਪਣੇ ਰਿਸ਼ਤੇਦਾਰ, ਸਖੀ ਸੰਬੰਧੀ, ਮਿੱਤਰ ਜਿਹੜੇ ਗੁਰਮੁਖ ਪਿਆਰੇ ਬਾਹਰ ਨੇ, ਉਹ ਵੀ ਬੇਨਤੀ ਕਰੋ ਸਾਰਿਆਂ ਨੂੰ ਕਿ ਜਾ ਕੇ ਲਾਹਾ ਲਓ। ਤੇ ਦੇਖੋ, ਜਦੋਂ ਗੁਰਮੁਖ ਆਪਾਂ ਨੂੰ ਸਮਝਾਉਂਦੇ ਨਾ ਕਿ ਇੱਕ ਜੀ ਬੈਠਾ ਸੰਗਤ ਵਿੱਚ ਇਕੱਲਾ ਹੀ ਵਾਹਿਗੁਰੂ ਜਪਦਾ, ਇੱਕ ਸਵਾਸ ਸਫਲਾ, 10 ਠੇ ਜਪਣਗੇ, 100 ਜਪਣਗੇ, ਸਵਾਸ ਸਾਰਿਆਂ ਦੇ ਖਾਤੇ ਵਿੱਚ 100-100। ਤੇ ਜਿੱਥੇ ਹੁਣ ਲੱਖਾਂ ਦੀ ਤਾਦਾਦ ਵਿੱਚ ਸੰਗਤ ਹੋਣੀ, ਤੇ ਇੱਕ ਵਾਰੀ ਵਾਹਿਗੁਰੂ ਕਿਹਾ ਤੇ ਸਿੱਧਾ ਹੀ ਲੱਖ ਸਵਾਸ ਆਪਦੇ ਘਰ ਵਿੱਚ ਜਮ੍ਹਾਂ ਕਰਾਇਆ। ਇਹੀ ਜਿਹੜਾ ਵਪਾਰ ਆਪਾਂ ਵੱਧ ਤੋਂ ਵੱਧ ਆਪਾਂ ਕਰਦੇ ਹਾਂ, ਤੇ ਮਾਲਕ ਖੁਸ਼ ਹੁੰਦਾ ਫਿਰ ਅੰਦਰੋਂ। ਤੇ ਫਿਰ ਖੁਸ਼ ਹੋ ਕੇ ਸਾਨੂੰ ਫਿਰ ਇੰਨੀ ਬੰਦਗੀ ਕਰਨ ਦੀ ਲੋੜ ਨਹੀਂ ਪੈਂਦੀ ਕਿ ਜਿੰਨਾ ਸੰਗਤ ਦੇ ਨਾਲ ਆਪਾਂ ਤਰ ਜਾਂਦੇ ਹਾਂ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਆਕਾਸ਼ ਚ ਤਰਿਆ। ਇਹ ਕਿਰਪਾ ਹੋ ਜਾਂਦੀ। ਸੋ ਪਹੁੰਚਣਾ ਜ਼ਰੂਰ 30 ਤਰੀਕ ਨੂੰ ਬੰਦੀ ਛੋੜ ਦਿਵਸ। ਹੁਣ ਸਮਾਂ ਹੋ ਗਿਆ ਜੀ, ਦਿਓ ਸੀਸ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਕੀ ਫਤਿਹ। ਬੋਲੇ ਸੋਨਿਆ ਸ੍ਰੀ ਵਾਹਿਗੁਰੂ 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 ਵਾਹਿਗੁਰੂ